ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ, ਹਿਰਦੈ ਨਿਤ ਧਿਆਵੋ। ਸ੍ਰੀ ਗੁਰ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਘਨਨ ਕੇ ਨਾਸਕ, ਵਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਸਰੋਤਾਰਜ। ਸਿਰਜਣ ਆਰਜ ਤਾਏ, ਲਰ ਜਤ ਜਮ ਜਿਨ ਨਾਮ ਤੇ। ਬੰਦੋ ਤਿਨ ਜੁਗ ਪਾਏ, ਸ੍ਰੀ ਅਰਜਨ ਸਰੋਤਾ ਅਰਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤਾਂ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰ ਜੀ ਦੀ ਸਾਜੀ ਨਿਵਾਜੀ, ਗੁਰੂ ਪਿਆਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਮਹਾਨੀ ਭਾਗਾਂ ਵਾਲੇ ਹੋ, ਜੋ ਸੰਧਿਆ ਦੇ ਸਮੇਂ ਤੋਂ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਦਰਸ਼ਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਦੇ ਮਹਾਨ ਦਰਬਾਰ ਵਿੱਚ ਸਤਿਗੁਰੂ ਜੀ ਦੀ ਮਹਾਨ ਪਾਵਨ ਪਵਿੱਤਰ ਕਥਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ, ਜਿਸ ਗ੍ਰੰਥ ਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਸ੍ਰੀ ਗੁਰੂ ਨਾਨਕ ਪ੍ਰਕਾਸ਼। ਉਹਦੇ ਵਿੱਚ ਜਿਹੜੇ ਕਵੀ ਸਾਹਿਬ ਜੀ ਦਸਾਂ ਗੁਰੂ ਸਾਹਿਬਾਨਾਂ ਨੂੰ
ਨਮਸਕਾਰ ਕਰਦੇ ਹੋਏ, ਬੰਦਨਾ ਕਰਦੇ ਹੋਏ ਜਿਹੜੇ ਮੰਗਲ ਕੀਤੇ ਹੈ, ਉਹਨਾਂ ਮੰਗਲਾਂ ਦੀ ਆਪਾਂ ਕਥਾ ਸਰਵਣ ਕਰਨ ਲਈ ਜੁੜ ਬੈਠੇ ਹਾਂ। ਜਦੋਂ ਕਿ ਜਿਹੜੀ ਸਾਖੀ ਰੂਪ ਵਿੱਚ ਕੋਈ ਕਥਾ ਹੈ, ਉਸ ਨੂੰ ਸੁਣ ਲਈ ਤੇ ਸਾਰੇ ਬੜੇ ਉਤਸ਼ਾਹ ਨਾਲ ਸੁਣ ਲੈਂਦੇ ਹੈ, ਅਤੇ ਉਹ ਆਮ ਸੰਗਤ ਨੂੰ ਵੀ ਸਾਖੀ ਰੂਪ ਵਿੱਚ ਹੀ ਆਨੰਦ ਆਉਂਦਾ ਹੈ। ਪਰ ਜਿਹੜੀ ਥੋੜ੍ਹੀ ਵਿਦਵਤਾ ਦੇ ਨਾਲ, ਕੋਈ ਅਨੁਭਵ ਗਿਆਨ ਦੇ ਨਾਲ ਚੱਲਦੇ ਹੈ, ਉਹਨਾਂ ਨੂੰ ਇਹ ਮੰਗਲਾਂ ਵਿੱਚੋਂ ਸ੍ਰੇਸ਼ਟਤਾਈ ਕਵੀ ਜੀ ਦੀ ਨਜ਼ਰ ਆਉਂਦੀ ਹੈ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਿੰਨੇ ਮਹਾਨ ਗਿਆਨੀ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਇੰਨਾ ਉੱਚਾ ਦਰਸਾਉਂਦੇ ਹੋਏ ਜਿੰਨੀ ਕੋਸ਼ਿਸ਼ ਹੋ ਸਕੀ ਹੈ ਪ੍ਰਮਾਣ ਦੇ ਦੇ ਕੇ ਅਨੁਭਵ ਗਿਆਨ ਦੇ ਨਾਲ ਅਤੇ ਤੁਲਨਾ ਕਰਾ ਕੇ ਤੇ ਵਿਸ਼ੇਸ਼ਤਾ ਗੁਰੂ ਮਹਾਰਾਜ 'ਚ ਦਰਸਾਈ ਹੈ। ਵੱਖਰੋ ਵੱਖਰੇ ਪ੍ਰਮਾਣ ਦੇ ਕੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ 4 ਸਰੂਪ ਸ੍ਰੀ ਗੁਰੂ ਰਾਮਦਾਸ ਜੀ ਤੱਕ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਚੌਥੇ ਪਾਤਸ਼ਾਹ ਜੀ ਤੱਕ ਮੰਗਲ ਜਿਹੜੇ, ਉਹਨਾਂ ਦੀ ਕਥਾ ਆਪਾਂ ਸਰਵਣ ਕਰ ਲਈ ਹੈ। ਅੱਗੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਉਹਨਾਂ ਦਾ ਮਹਾਨ ਪਾਵਨ ਪਵਿੱਤਰ ਮੰਗਲ ਜਿਹੜਾ ਆ ਰਿਹਾ ਹੈ। ਹੁਣ ਉਹ ਮੰਗਲਾਂ ਵਿੱਚ ਕਵੀ ਜੀ ਨੇ ਜਿਵੇਂ ਸਤਿਗੁਰ ਜੀ ਦੀ ਚਰਨ ਸ਼ਰਨ ਲੈਂਦੇ ਹੋਏ ਬੜੀ ਸੁੰਦਰ ਕਾਵ ਰਚਨਾ ਵਿੱਚ ਛੰਦਾਬੰਦੀ ਕਰਕੇ ਮੰਗਲ ਲਿਖੇ ਹੈ, ਉਹਨਾਂ ਦੀ ਆਪਾਂ ਕਥਾ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਬੜੇ ਪਿਆਰ ਸਤਿਕਾਰ ਅਦਬ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਅਰਜਨ ਸਰੋਤਾ ਅਰਜ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ, ਧਰਨ ਗਗਨ ਨਵ ਖੰਡ ਮਹਿ ਜੋਤ ਸਰੂਪੀ ਰਹਿਓ ਪਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਐਸੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੰਗਲ ਕਵੀ ਸਾਹਿਬ ਜੀ ਕਰ ਰਹੇ ਹੈ। ਸ਼੍ਰੀ ਕਹੀਏ ਜੋ ਸੋਭਾ ਵਾਲੇ, ਸੁਭਾਏ ਮਾਨ, ਸੀਲ ਸੁੰਦਰ ਸ਼੍ਰੋਮਣੀ, ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਹੈ, ਜੋ ਆਪਣੇ ਸਾਧ ਸੰਗਤ ਜੀ ਸਰੋਤਿਆਂ ਦੀਆਂ, ਆਪਣੇ ਸਿੱਖਾਂ ਦੀਆਂ ਜਿਹੜੀਆਂ ਅਰਜ਼ਾਂ ਹੈ ਬੜੀਆਂ ਧਿਆਨ ਦੇ ਕੇ ਸੁਣਦੇ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਬਦਾਂ ਦਾ ਪਦ ਅਰਥ ਕਰੀਏ, ਅਰ ਨਾਮ ਹੈ ਵੈਰੀ ਦਾ। ਜਿਹੜੇ ਵੈਰੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ 5 ਅਰ ਵੈਰੀ ਹੈ, ਇਹ ਵੀ ਸਤਿਗੁਰ ਜੀ ਦੇ ਤੋਂ ਭੈ ਖਾ ਕੇ ਜਨ ਦਾਸਾਂ ਵਾਂਗ ਰਹਿੰਦੇ, ਗੁਰੂ ਜੀ ਦੇ ਹੁਕਮ ਵਿੱਚ ਰਹਿੰਦੇ ਹੈ। ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਫੁਰਿਆ ਹੀ ਨਹੀਂ, ਮਹਾਰਾਜ ਜੀ ਨੂੰ ਕਦੇ ਗੁੱਸਾ ਕਦੇ ਆਇਆ ਹੀ ਨਹੀਂ ਸੀ ਗੁਰੂ ਜੀ ਨੂੰ। ਸਿੱਖ ਸੰਗਤਾਂ ਕਹਿੰਦੀਆਂ ਮਹਾਰਾਜ ਜੀ ਵੇਖੋ, ਆਪ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਨੇ ਸੁਲਹੀ ਅਤੇ ਸਲੱਬੀ ਨੂੰ ਆਪ ਜੀ 'ਤੇ ਚੜ੍ਹਾਇਆ ਹੈ, ਆਪ ਜੀ ਨੂੰ ਕਤਲ ਕਰਨ ਵਾਸਤੇ। ਪਰ ਗੁਰੂ ਜੀ ਕੋਈ ਇਸ ਗੱਲ ਦੀ ਚਿੰਤਾ ਹੀ ਨਹੀਂ ਕਰਦੇ, ਸਗੋਂ ਅੱਗੋਂ ਬਚਨ ਕਹਿੰਦੇ ਆ,
ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਪੂਰਾ ਨਿਆਉ ਕਰੇ ਕਰਤਾਰ, ਆਪਣੇ ਦਾਸ ਕੋ ਰਾਖਣ ਹਾਰ। ਭਾਈ ਉਹ ਜਿਹੜਾ ਪਰਮੇਸ਼ਰ ਹੈ ਨਾ, ਉਹ ਬੜਾ ਮਹਾਨ ਹੈ। ਜੇ ਕੋਈ ਗਰੀਬਾਂ ਦੇ ਉੱਪਰ ਦਾੜੀ ਜੀ ਖਿੱਚਦਾ ਨਾ, ਕਚੀਚੀਆਂ ਜੀ ਲੈ ਪੈਂਦਾ ਹੈ, ਤਾਂ ਪ੍ਰਭੂ ਪਰਮਾਤਮਾ ਨੇ ਉਹ ਜਿਹਾਂ ਨੂੰ ਅੱਗ ਵਿੱਚ ਹੀ ਸਾੜਿਆ ਹੈ। ਉਹ ਮਾਲਕ ਪੂਰਾ ਨਿਆਂ ਕਰੇ ਕਰਤਾਰ, ਪੂਰਾ ਨਿਆਂ ਕਰਦਾ ਮਾਲਕ, ਆਪਣੇ ਦਾਸ ਕੋ ਰਾਖਣ ਹਾਰ। ਔਖੀ ਘੜੀ ਨਾ ਦੇਖਣ ਦੇਈ, ਉਹ ਨਹੀਂ ਔਖੀਆਂ ਘੜੀਆਂ ਵੇਖਣ ਦਿੰਦਾ। ਜਿਹੜੇ ਉਹਦੇ ਦਾਸ ਹੈ ਉਹਨਾਂ ਦੀ ਉਹ ਪਰਮੇਸ਼ਰ ਰੱਖਿਆ ਕਰਦਾ ਹੈ। ਸੁਲਹੀ ਤੇ ਨਾਰਾਇਣ ਰਾਖ, ਇਵੇਂ ਰੱਖਿਆ ਕਰਦਾ ਪਰਮੇਸ਼ਰ। ਅਰਜ਼ ਜੋ ਆਪਣੇ ਸੇਵਕਾਂ ਦੀਆਂ ਅਰਜ਼ਾਂ ਨੂੰ ਪੂਰੇ ਕਰਨ ਵਾਲੇ ਹੈ। ਸਰੋਤਾ ਕਹੀਏ, ਸਰੋਤਿਆਂ ਦੀਆਂ, ਆਪਣੇ ਸਿੱਖਾਂ ਸੇਵਕਾਂ ਦੀਆਂ ਅਰਜ਼ਾਂ ਨੂੰ ਬੜਾ ਧਿਆਨ ਦੇ ਕੇ ਸੁਣਦੇ ਹੈ। ਫਿਰ ਆ ਨਾਮ ਅਵਿਦਿਆ ਦਾ ਹੁੰਦਾ ਹੈ। ਰਜਨ ਨਾ ਭਾਵ ਰਜਨੀ, ਰਜਨੀ ਕਹੀਏ ਰਾਤ। ਅਵਿਦਿਆ ਰੂਪੀ ਰਾਤ ਨੂੰ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਆ ਕਹੀਏ ਰਹਿਤ ਕਰ ਦੇਣ ਵਾਲੇ ਅਤੇ ਬ੍ਰਹਮ ਗਿਆਨ ਬਖਸ਼ ਦੇਣ ਵਾਲੇ ਹੈ। ਐਸੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸਿੱਖ ਸੇਵਕਾਂ ਦੀਆਂ ਅਰਜ਼ਾਂ ਬੜੀਆਂ ਧਿਆਨ ਦੇ ਕੇ ਸੁਣਦੇ ਹੈ। ਸਿਰਜਨ ਆਰਜ ਤਾਏ, ਤੇ ਜਿੰਨੀਆਂ ਹੀ ਆਰਜ ਤਾਏ ਕਹੀਏ ਵਡਿਆਈਆਂ ਹੈ, ਜਿੰਨੇ ਸਤਿਕਾਰ ਹੈ, ਉਹਨਾਂ ਸਾਰਿਆਂ ਦੀ ਸਿਰਜਣਾ ਕਰਨ ਵਾਲੇ ਗੁਰੂ ਅਰਜਨ ਦੇਵ ਸਾਹਿਬ ਜੀ ਹੈ। ਸਾਰੀ ਸ੍ਰਿਸ਼ਟੀ ਦੇ ਸਿਰਜਣ ਵਾਲੇ ਗੁਰੂ ਅਰਜਨ ਦੇਵ ਜੀ ਹੈ। ਤੇ ਆਰਜ ਤਾਏ ਕਹੀਏ ਸਤਿਗੁਰ ਜੀ ਸਭ ਵਡਿਆਈਆਂ ਦੇ ਤੇ ਸਤਿਕਾਰ ਦੇ ਯੋਗ ਹਨ। ਐਸੇ ਮਹਾਨ ਗੁਰੂ ਹੈ। ਲਰਜਤ ਜਮ ਜਿਨ ਨਾਮ ਤੇ, ਕਵੀ ਸਾਹਿਬ ਜੀ ਕਹਿ ਰਹੇ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਐਸੇ ਹੈ ਜਿਨ੍ਹਾਂ ਦੇ ਨਾਮ ਤੇ ਨਾਮ ਸੁਣ ਕਰਕੇ ਤੇ ਜਿਹੜਾ ਜਮ ਹੈ ਨਾ ਧਰਮ ਰਾਜੇ ਦਾ, ਉਹ ਵੀ ਸ਼ਰਮਸ਼ਾਰ ਹੁੰਦਾ, ਉਹ ਵੀ ਡਰਦਾ ਹੈ, ਭੱਜ ਜਾਂਦਾ ਹੈ। ਕਹਿੰਦਾ ਇਹਨੂੰ ਨਾ ਹੱਥ ਲਾਇਓ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਸਿੱਖ ਸੇਵਕ ਹੈ। ਗੁਰੂ ਸਾਹਿਬ ਜੀ ਦੇ ਬਚਨ ਹੈ ਕਿ ਯਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈਓ ਦੂਤ। ਜਮ ਨੇ ਇਹ ਸਮਝਾਇਆ ਹੋਇਆ ਆਪਣੇ ਦੂਸਰਿਆਂ ਨਾਲ ਜਮਾਂ ਨੂੰ, ਧਰਮ ਰਾਜੇ ਨੇ। ਜਿਹੜੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਿੱਖ ਹੈ ਉਹਨਾਂ ਨੂੰ ਕਿਤੇ ਹੱਥ ਨਾ ਪਾ ਲਿਓ, ਨਾ ਤੁਸੀਂ ਛੁੱਟਣਾ ਨਾ ਮੈਂ ਛੁੱਟਣਾ। ਕਵੀ ਸਾਹਿਬ ਜੀ ਉਹ ਬਚਨਾਂ ਦਾ ਇਸ਼ਾਰਾ ਕਰਦੇ ਹੋਏ ਕਹਿ ਰਹੇ ਹੈ, ਜਿਨ ਨਾਮ ਤੇ, ਜਿਸ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਮ ਤੋਂ ਇਹ ਜਮ ਵੀ ਸ਼ਰਮਸ਼ਾਰ ਹੁੰਦੇ, ਭਾਵ ਡਰਦੇ ਹੈ। ਬੰਦੋ ਤਿੰਨ ਜੁਗ ਪਾਏ, ਐਸੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਜੁਗ ਪਾਏ। ਦੋਵੇਂ ਚਰਨਾਂ ਉੱਪਰ ਮੈਂ ਨਮਸਕਾਰਾਂ ਅਨਕੀ ਬੰਦਨਾ ਕਰਦਾ ਹਾਂ। ਕਬਿਤ ਲੋਚਨ ਬਿਲੋਕਤ, ਨਾ ਚਾਹੈ ਚਿਤ ਆਨੰਦੁਤ। ਫਿਰ ਹੁਣ ਸਤਿਗੁਰ ਜੀ ਦੀ, ਕਵੀ ਸਾਹਿਬ ਜੀ ਸਾਧ ਸੰਗਤ ਜੀ ਚਰਨ ਕਮਲਾਂ ਦੀ ਤੇ ਗੁਰੂ ਜੀ ਦੇ ਸਰੂਪ ਦੀ ਵਡਿਆਈ ਕਰ ਰਹੇ ਹਾਂ। ਅਸੀਂ ਰੋਜ਼ਾਨਾ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਉੱਪਰ ਆਉਂਦੇ ਹਾਂ, ਪਰ ਅੱਜ ਤੱਕ ਅਸੀਂ ਵੀ ਇਹੋ ਜਿਹਾ ਕਦੀ ਅਨੁਭਵ ਨਹੀਂ ਕੀਤਾ ਹੋਵੇਗਾ। ਕਵੀ ਸਾਹਿਬ ਜੀ ਮਹਾਨ ਦ੍ਰਿਸ਼ਟੀ ਵਾਲੇ ਹੈ। ਕਹਿੰਦੇ ਭਾਈ ਲੋਚਨ ਬਿਲੋਕਤ, ਜਿਹੜੇ ਗੁਰੂ ਕੇ ਸਿੱਖ, ਗੁਰੂ ਕੇ ਸੇਵਕ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਇਹਨਾਂ ਅੱਖਾਂ ਨਾਲ ਤੱਕ ਲੈਂਦੇ, ਕਰ ਵੇਖ ਲੈਂਦੇ ਹੈ। ਨਾ ਚਾਹੇ ਚਿੱਤ ਆਨੰਦੁਤ, ਉਹ ਚਿੱਤ ਦੇ ਵਿੱਚ ਕਿਸੇ ਹੋਰ ਦੀ ਬਣ ਕੇ ਉਹ ਸ਼ੋਭਾ ਨਹੀਂ ਵੇਖਣਾ ਚਾਹੁੰਦੇ, ਹੋਰ ਕਿਸੇ ਦਾ ਮੂੰਹ ਨਹੀਂ ਵੇਖਣਾ ਚਾਹੁੰਦੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਮੁਖਾਰ ਬਿੰਦ ਦੇਖ ਲਿਆ ਹੈ। ਭਾਈ ਮੰਝ ਸਤਿਗੁਰੂ ਮਹਾਰਾਜ ਦਾ ਦਰਸ਼ਨ ਕਰ ਲਿਆ ਹੈ, ਗੁਰੂ ਜੀ ਪਾਸੋਂ ਸਿੱਖੀ ਮੰਗਦੇ ਹੈ ਤੇ ਸਤਿਗੁਰੂ ਜੀ ਕਹਿੰਦੇ ਭਾਈ ਮੰਝ ਸਿੱਖੀ ਬੜੀ ਔਖੀ ਹੈ, ਤੂੰ ਨਹੀਂ ਕਮਾ ਸਕੇਗਾ, ਜਿੱਥੇ ਤੂੰ ਜਾਣਾ ਨਾ ਲਾਲਾਂ ਵਾਲੇ ਪੀਰ ਤੇ ਉੱਥੇ ਜਾ। ਭਾਈ ਮੰਝ ਕਹਿੰਦੇ ਸੱਚੇ ਪਾਤਸ਼ਾਹ ਜਦੋਂ ਦਾ ਦਰਸ਼ਨ ਆਪ ਦਾ ਕਰ ਲਿਆ ਹੁਣ ਕਿਤੇ ਚੇਤੀ ਨਹੀਂ ਕਰਦਾ ਜਾਣ ਦਾ, ਤੁਹਾਡਾ ਤਾਂ ਐਸਾ ਮਹਾਨ ਦਰਸ਼ਨ ਹੈ,
ਤੁਹਾਡੇ ਦਰਸ਼ਨ ਨੂੰ ਛੱਡ ਕੇ ਤੇ ਕਿੱਥੇ ਮਾਰੇ ਧੱਕੇ ਖਾਈਏ, ਕਿੱਥੇ ਜਾਈਏ ਹੁਣ। ਉਹੀ ਇਸ਼ਾਰੇ ਕਵੀ ਜੀ ਦੇ ਐਸਾ ਅਨੁਭਵ ਕਹਿੰਦੇ ਜਿਹੜੇ ਸਿੱਖ ਭਾਈ ਬਹਿਲੋ ਆਦਿਕ, ਭਾਈ ਬਿਧੀ ਚੰਦ ਵਰਗੇ ਆਦਿਕ ਜਿਹੜੇ ਸਿੱਖਾਂ ਨੇ ਸਤਿਗੁਰੂ ਜੀ ਨੂੰ ਤੱਕ ਲਿਆ ਹੈ, ਉਹ ਤੇ ਭਾਈ ਕਿਸੇ ਦੂਜੇ ਦਾ ਹੋਰ ਮੁੱਖ ਹੀ ਨਹੀਂ ਵੇਖਣਾ ਚਾਹੁੰਦੇ, ਕਿਸੇ ਦੀ ਸੋਭਾ ਚਾਹੁੰਦੇ ਨਹੀਂ ਵੀ ਹੋਰ ਕਿਸੇ ਦਾ ਮੂੰਹ ਵੇਖ ਲਈਏ। ਵਿਸ਼ੇ ਕੇ ਬਿਲਾਸ ਆਸ ਪਾਸਨ ਨ ਜਾਵਈ। ਫਿਰ ਕੋਈ ਜੇ ਪ੍ਰਸ਼ਨ ਕਰੇ ਵੀ ਤੁਸੀਂ ਕਹਿੰਦੇ ਆ ਵੀ ਉਹ ਹੋਰ ਕਿਸੇ ਦਾ ਮੁੱਖ ਨਹੀਂ ਵੇਖਣਾ ਚਾਹੁੰਦੇ ਗੁਰੂ ਅਰਜਨ ਸਾਹਿਬ ਜੀ ਤੋਂ ਬਿਨਾਂ, ਵੀ ਆ ਜਿਹੜੇ ਵਿਸ਼ੇ ਆ ਇਹ ਤਾਂ ਵੱਡਿਆਂ ਵੱਡਿਆਂ ਨੂੰ ਭਰਮਾ ਦਿੰਦੇ ਆ। ਅਤੇ ਜੇ ਮਾਨੋ ਜਿਹੜੇ ਵਿਸ਼ੇ ਆ ਵੀ ਰੂਪ, ਰਸ, ਗੰਧ, ਸਪਰਸ਼, ਸ਼ਬਦ, ਵੀ ਇਹ ਵਿਸ਼ਿਆਂ ਦੇ ਕੌਤਕ ਵੇਖ ਕੇ ਤੇ ਉਹ ਫਿਰ ਹੀ ਜਾਂਦੇ ਹੁਣ ਇੱਧਰ ਉੱਧਰ। ਵੀ ਜਦੋਂ ਇੱਧਰੋਂ ਕਿਤੇ ਆਵਾਜ਼ ਆ ਗਈ ਕੋਈ ਗਾਣੇ ਦੀ, ਕੋਈ ਗੰਦੇ ਰਿਕਾਰਡ ਦੀ, ਅਤੇ ਫਿਰ ਤਾਂ ਉਹ ਗੁਰੂ ਜੀ ਨੂੰ ਛੱਡ ਕੇ ਪਰੇ ਚਲੇ ਜਾਂਦੇ ਹੋਣਗੇ। ਜਾਂ ਕਿਸੇ ਇਸਤਰੀ ਦਾ ਰੂਪ ਵੇਖ ਲਿਆ ਤਾਂ ਮੋਹੇ ਜਾਂਦੇ ਹੋਣਗੇ। ਜਾਂ ਉਹਨਾਂ ਨੇ ਕੋਈ ਖਾਣ ਵਾਲੀ ਚੀਜ਼ ਵੇਖ ਲਈ ਅਤੇ ਤਾਂ ਚਲੇ ਜਾਂਦੇ ਹੋਣਗੇ। ਕਵੀ ਸਾਹਿਬ ਜੀ ਕਹਿੰਦੇ ਭਾਈ ਐਸੇ ਨਹੀਂ ਉਹ ਤੇ ਵਿਸ਼ੇ ਕੇ ਬਿਲਾਸ ਆਸ ਪਾਸਨ ਨਾ ਜਾਵਈ। ਜਿਹੜੇ ਵਿਸ਼ਿਆਂ ਦੇ ਬਿਲਾਸ ਕੌਤਕ ਹੈ ਨਾ, ਜੋ ਮਰਜ਼ੀ ਹੁੰਦਾ ਰਹੇ, ਉਹ ਗੁਰੂ ਕੇ ਸਿੱਖ ਉਹਨਾਂ ਵਿਸ਼ਿਆਂ ਦੇ ਤੇ ਨੇੜੇ ਤੇੜੇ ਵੀ ਨਹੀਂ ਜਾਂਦੇ ਗੁਰੂ ਤੋਂ ਬਿਨਾਂ। ਕਾਨ ਆਨ ਗਾਨ ਤਾਨ ਸੁਨੈ ਨਾ ਇਆਨ ਜਿਵ। ਤੇ ਫਿਰ ਉਹ ਇਹ ਨਹੀਂ ਤੇ ਇਹ ਤੇ ਕਰਦੇ ਹੋਣਗੇ ਆ ਕੰਨਾਂ ਵਿੱਚ ਉਹਨਾਂ ਦੇ ਕੋਈ ਆ ਗਾਣਿਆਂ ਦੇ ਕੋਈ ਰਿਕਾਰਡ ਕੰਨਾਂ ਵਿੱਚ ਆ ਜਾਣ, ਉਹ ਤੇ ਸੁਣਦੇ ਹੋਣਗੇ ਨਾ, ਫਿਰ ਉੱਧਰ ਤੇ ਲੱਗ ਹੀ ਜਾਂਦੇ ਹੋਣਗੇ। ਅਜਾਨਾ ਕਹੀਏ ਬਾਲਕਾਂ ਵਾਂਗੂ, ਬੇਸਮਝਾਂ ਵਾਂਗੂ, ਜਿਹੜੇ ਬੇਸਮਝੀ ਵਾਲੇ ਹੁੰਦੇ ਹੈ। ਅਤੇ ਕਵੀ ਸਾਹਿਬ ਜੀ ਕੀ ਕਹਿੰਦੇ ਹੈ, ਕਹਿੰਦੇ ਕੰਨਾਂ ਨਾਲ ਹੋਰ ਕੋਈ ਗਾਣਾ, ਕੋਈ ਇਹੋ ਜਿਹਾ ਸੰਗੀਤ, ਹੋਰ ਕੋਈ ਤਾਣ, ਕੋਈ ਬੜਾ ਉੱਚੇ ਉੱਚੇ ਸਾਜ਼ ਵੱਜ ਰਹੇ ਹੋਣ, ਸੁਨੇ ਨਾ ਅਜਾਨ ਜਿਵ। ਕਹਿੰਦੇ ਸੁਣਦੇ ਨਹੀਂ ਹੈ ਉਹ ਗੁਰੂ ਕੇ ਸਿੱਖ। ਜਿਵੇਂ ਅਜਾਨ ਕਹੀਏ, ਜਿਵੇਂ ਬਾਲਕ ਹੁੰਦਾ ਨਾ ਬੱਚਾ ਛੋਟਾ ਜਿਹਾ, ਉਹਦੇ ਲਾਗੇ ਨੱਚੀ ਜਾਓ, ਟੱਪੀ ਜਾਓ, ਡੀਜੇ ਲਾਓ ਨਾ ਲਾਓ, ਉਹ ਬੱਚਾ ਆਪਣੀ ਮਸਤੀ 'ਚ ਰਹਿੰਦਾ ਹੈ। ਛੋਟਾ ਜਿਹਾ ਬੱਚਾ ਆਪਣੀ ਮੌਜ ਵਿੱਚ ਕਿਰਿਆ ਕਰਦਾ, ਜੇ ਜੀ ਕਰੇ ਹੱਥ ਮਾਰਦਾ ਹੈ, ਜੀ ਕਰੇ ਉਹ ਲੱਤਾਂ ਜਿਹੀਆਂ ਮਾਰੀ ਜਾਂਦਾ ਹੈ, ਜੀ ਕਰੇ ਤੇ ਹੱਸੀ ਜਾਂਦਾ ਹੈ। ਜਿਹੜਾ ਛੋਟਾ ਜਿਹਾ ਬਾਲਕ ਜੰਮਿਆ ਹੁੰਦਾ ਹੈ, ਉਹਨੂੰ ਕੋਈ ਪਰਵਾਹ ਨਹੀਂ ਕੋਈ ਕੀ ਕਰ ਰਿਹਾ ਕੀ ਨੇ, ਕੋਈ ਲਾਗੇ ਰੋਂਦਾ ਕੋਈ ਹੱਸਦਾ ਹੈ। ਕਹਿੰਦੇ ਇਵੇਂ ਅਣਜਾਨਾ ਵਾਂਗ, ਬੱਚਿਆਂ ਵਾਂਗ ਉਹ ਗੁਰੂ ਕੇ ਸਿੱਖ ਇਹੋ ਜਿਹੀ ਬਿਰਤੀ ਬਣਾ ਲੈਂਦੇ ਆ। ਕਿਸੇ ਆਪਣੇ ਕੰਨ ਵਿੱਚ ਕਿਸੇ ਗਾਣੇ, ਕਿਸੇ ਤਾਨ ਨੂੰ ਉਹ ਸੁਣਦੇ ਹੀ ਨਹੀਂ ਹਨ। ਬਿਸਰਾ ਅਪਾਨ ਤਨ ਮਨ ਸੋ ਨਾ ਆਵਈ। ਤੇ ਉਹਨਾਂ ਨੂੰ ਹੰਕਾਰ ਦੇ ਹੋ ਹੀ ਜਾਂਦਾ ਉਹ ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਦੇਹ ਅਧਿਆਸ ਸਰੀਰ ਦਾ ਮਾਣ ਤੇ ਹੋ ਹੀ ਜਾਂਦਾ ਹੋਊ। ਭਾਈ ਸਾਹਿਬ ਜੀ ਕਹਿੰਦੇ ਉਹਨਾਂ ਦੇ ਗੁਰੂ ਦਾ ਭਾਈ ਦਰਸ਼ਨ ਕੀਤਾ ਨਾ, ਉਹਨਾਂ ਨੂੰ ਤੇ ਆਪਣਾ ਆਪ ਭੁੱਲ ਗਿਆ ਹੈ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦਾ ਦਰਸ਼ਨ ਕੀਤਾ ਹੈ, ਉਹਨਾਂ ਨੂੰ ਆਪਾ ਭੁੱਲ ਗਿਆ ਹੈ। ਉਹ ਤੇ ਇਹੀ ਕਹਿੰਦੇ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਜਦੋਂ ਅੰਦਰੋਂ ਆਪਣਾ ਆਪ ਹੀ ਮਰ ਗਿਆ ਤੇ ਫਿਰ ਸਾਰੇ ਪਾਸੇ ਪਰਮੇਸ਼ਰ ਹੀ ਹੈ। ਜਿੰਨਾ ਚਿਰ ਆਪਣਾ ਸਰੀਰ ਹੈ ਜਿੰਦਾ, ਕਹਿਣ ਦਾ ਮਤਲਬ ਜਿੰਨਾ ਚਿਰ ਸਾਡਾ ਆਪਣੇ ਸਰੀਰ ਨਾਲ ਪ੍ਰੇਮ ਹੈ, ਉਹਨਾਂ ਚਿਰ ਗੁਰੂ ਨਹੀਂ ਹੈਗੇ। ਜਦੋਂ ਸਰੀਰ ਮਰ ਗਿਆ ਫਿਰ ਰਹਿ ਗਈ ਹੈ ਮਗਰ ਆਤਮਾ, ਅਤੇ ਆਤਮਾ ਪਰਮਾਤਮਾ ਦਾ ਰੂਪ ਹੈ। ਉਹਨਾਂ ਨੂੰ ਗੁਰੂ ਕੇ ਸਿੱਖਾਂ ਨੂੰ ਆਪਾ ਭੁੱਲ ਗਿਆ ਹੈ। ਅਤੇ ਜਿਹੜਾ ਤਨ ਦਾ ਮਾਣ ਹੈ, ਸਰੀਰ ਦਾ ਮਾਣ, ਉਹ ਤਾਂ ਉਹਨਾਂ ਦੇ ਲਾਗੇ, ਉਹਦੀ ਕਣਸੋਕ ਦੇ ਲਾਗੇ ਢੁਕਦੀ ਵੀ ਨਹੀਂ, ਨੇੜੇ ਵੀ ਨਹੀਂ ਆਉਂਦੀ। ਮਰ ਮਰ ਕੇ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੇਵਾ ਕਰਦੇ ਐਸੇ ਗੁਰਸਿੱਖ। ਭਈ ਉਨ ਮਤ ਗਤ ਆਨੰਦ ਉਦਤ ਵਤ। ਉਹਨਾਂ ਦੀ ਜਿਹੜੀ ਸਾਧ ਸੰਗਤ ਜੀ ਗਤ ਕਈ ਹਾਲਤ ਹੈ ਨਾ, ਕਵੀ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਕੇ ਸਿੱਖਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਦਰਸ਼ਨ ਕੀਤਾ ਸੀ ਨਾ, ਭਾਈ ਉਹਨਾਂ ਦੀ ਦੇ ਉਨਮੱਤ,
ਉਹਨਾਂ ਦੀ ਤਾਂ ਹਾਲਤ ਮਸਤ ਹੋ ਗਈ ਹੈ, ਐ ਮਸਤ ਹੋ ਗਏ ਹੈ ਜੋ ਆਨੰਦ ਉਦਤ ਵਤ, ਜੋ ਆਨੰਦ ਦਾ ਸਮੁੰਦਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਨ। ਉਸ ਆਨੰਦ ਦੇ ਸਰੂਪ ਵਿੱਚ, ਉਸ ਸਮੁੰਦਰ ਦੇ ਵਿੱਚ ਉਹਦੇ ਉਛਾਲੇ ਖਾਂਦੇ ਗੁਰੂ ਕੇ ਸਿੱਖ। ਚਿਤ ਮੈਂ ਵਿਯੋਗ ਤਿਸ ਕਬਹੁ ਨ ਪਾਵਈ। ਉਹਨਾਂ ਦੇ ਚਿੱਤ ਵਿੱਚ ਵੀ ਕਿਤੇ ਗੁਰੂ ਤੋਂ ਓਲੇ ਹੋ ਜਾਈਏ, ਕਿਤੇ ਪਰੇ ਹੋ ਜਾਈਏ, ਭਾਉਂਦਾ ਹੀ ਨਹੀਂ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਿਤੇ ਸੰਗਤਾਂ ਵਿੱਚ ਕਿਤੇ ਇੱਧਰ ਉੱਧਰ ਹੋ ਜਾਂਦੇ ਆ ਨਾ ਸੇਵਾ ਕਰਾਉਂਦਿਆਂ, ਜਿਹੜੇ ਗੁਰੂ ਕੇ ਸਿੱਖ ਚੱਕਵਿਆਂ ਵਾਂਗ ਉਹਨਾਂ ਦੇ ਭਾਅ ਦੀ ਬਣ ਜਾਂਦੀ ਹੈ। ਮਰਨ ਵਾਲੇ ਹੋ ਜਾਂਦੇ ਹੈ, ਜਿਵੇਂ ਚੱਕਵੀ ਦਾ ਚੱਕਵੇਂ ਨਾਲ ਪ੍ਰੇਮ ਹੈ, ਪਾਣੀ ਦਾ ਦੁੱਧ ਨਾਲ ਪ੍ਰੇਮ ਹੈ, ਚੰਦਰਮਾ ਨਾਲ ਚਕੋਰ ਦਾ ਪ੍ਰੇਮ ਹੈ। ਗੁਰੂ ਕੇ ਸਿੱਖਾਂ ਦੀ ਇਹੋ ਜਿਹੀ ਨਿਆਈ ਹੈ। ਗੁਰੂ ਕੇ ਸਿੱਖ ਐਸੇ ਹੈ, ਗੁਰੂ ਜੀ ਜੇ ਕਦੇ ਇੱਧਰ ਉੱਧਰ ਹੋ ਜਾਂਦੇ ਆ, ਆ ਚਿੱਤ ਵਿੱਚ ਵਿਛੋੜਾ ਤੇ ਉਹਨਾਂ ਨੂੰ ਆ ਕਦੀ ਭਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਇਹੀ ਕਹਿੰਦੇ ਮਹਾਰਾਜ ਕਿਤੇ ਸਾਡੇ ਤੋਂ ਦੂਰ ਨਾ ਹੋਇਓ, ਐਵੇਂ ਸਦਾ ਵਿਰਾਗੀ ਰਹਿੰਦੇ ਹੈ। ਜਾਨ ਅਰਜਨ ਪਦ ਪਦਮ ਕੋ ਦੇਖ ਕਰ। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਦ ਕਹੀਏ ਚਰਨਾਂ ਨੂੰ, ਪਦਮ ਕਹੀਏ ਕਵਲਾਂ ਨੂੰ, ਚਰਨ ਕਵਲਾਂ ਨੂੰ ਦੇਖ ਕਰਕੇ ਤੇ ਜਾਣ ਕਹੀਏ, ਇਹ ਜਾਣ ਕੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਤਾਰਨਹਾਰ ਹੈ, ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਣ ਵਾਲੇ ਹੈ। ਇਸ ਤਰ੍ਹਾਂ ਸਤਿਗੁਰ ਜੀ ਦਾ ਦਰਸ਼ਨ ਦੇ ਕੇ ਤੇ ਗੁਰੂ ਜੀ ਦੇ ਚਰਨ ਦੇਖ ਕੇ ਜਾਣ ਕੇ ਸਿੱਖ ਮਨ ਭੋਰ ਭਇਓ ਪਰਮਤ ਲੁਭਾਵਈ। ਭਰਮਤ ਲੁਭਾਵਈ, ਸਿੱਖਾਂ ਦਾ ਕਹਿੰਦੇ ਭਾਈ ਜਿਹੜਾ ਮਨ ਰੂਪੀ ਭੌਰਾ ਹੈ ਉਹ ਤੇ ਭਰਮਦਾ ਫਿਰਦਾ ਹੈ, ਲੁਭਾਏਮਾਨ ਹੋਇਆ ਗੁਰੂ ਜੀ ਦੇ ਚਰਨ ਕਮਲਾਂ ਦੇ। ਜਿਵੇਂ ਕਮਲ ਦੇ ਫੁੱਲ ਤੇ ਭੌਰਾ ਆਲੇ ਦੁਆਲੇ ਨੱਚਦਾ ਫਿਰਦਾ ਸਾਰਾ ਦਿਨ ਤੇ ਰਸ ਲੈਂਦਾ ਹੈ, ਸਾਰਾ ਦਿਨ ਰਸ ਲੈਂਦਾ ਭੌਰਾ ਆਪਣਾ ਸਮਾਂ ਕੱਢ ਦਿੰਦਾ ਹੈ। ਸ਼ਾਮ ਪੈਂਦੀ ਹੈ, ਕਮਲ ਦਾ ਫੁੱਲ ਬੰਦ ਹੋ ਜਾਂਦਾ ਹੈ। ਜਿੱਥੇ ਕਮਲ ਦਾ ਫੁੱਲ ਬੰਦ ਹੁੰਦਾ ਉਹਦੇ ਵਿੱਚ ਹੀ ਜਿਹੜਾ ਭੌਰਾ ਉਹ ਵੀ ਸਮੇਟਿਆ ਜਾਂਦਾ ਅਤੇ ਮੌਤ ਕਰ ਪੈਂਦਾ ਆਪਣੀ। ਇੰਨਾ ਪ੍ਰੇਮ ਹੈ ਕਮਲ ਫੁੱਲ ਨਾਲ ਭੌਰੇ ਦਾ। ਇਸੇ ਤਰ੍ਹਾਂ ਗੁਰੂ ਕੇ ਸਿੱਖ, ਸਿੱਖ ਰੂਪੀ ਭੌਰੇ ਅਤੇ ਮਨ ਸਿੱਖਾਂ ਦਾ ਭੌਰੇ ਵਾਂਗ ਗੁਰੂ ਦੇ ਚਰਨਾਂ ਉੱਪਰ ਲੁਭਾਏਮਾਨ ਹੈ। ਮਰਨ ਤੱਕ ਭਾਵ ਆਪਣਾ ਸਰੀਰ ਵਾਰਨ ਤੱਕ ਜਾਂਦੇ ਗੁਰੂ ਕੇ ਸਿੱਖ। ਇਸ ਤਰ੍ਹਾਂ ਭਾਈ ਗੁਰੂ ਕੇ ਚਰਨਾਂ ਦੀ ਮਹਿਮਾ ਮਹਾਨ ਹੈ। ਗੁਰੂ ਅਰਜਨ ਦੇਵ ਜੀ ਦੇ ਜਿਹੜੇ ਚਰਨ ਹੈ ਉਹ ਭਾਈ ਮਹਾਨ ਹੈ। ਆ ਪਿੱਛੇ ਸਾਰੇ ਜਿਹੜੇ ਗੁਣ ਕਵੀ ਜੀ ਨੇ ਦੱਸੇ ਹੈ, ਇਸ ਤਰ੍ਹਾਂ ਦੱਸ ਰਹੇ ਹੈ ਅਖੀਰੀ ਵੀ ਗੁਰੂ ਜੀ ਦੇ ਚਰਨਾਂ ਦੇ ਸਿੱਖਾਂ ਦੇ ਮਨ ਜਿਹੜੇ ਮਨ ਰੂਪੀ ਭੌਰੇ ਆ ਲੁਭਾਏਮਾਨ ਹੈ, ਕਿਤੇ ਉਰੇ ਪਰੇ ਹੋਣਾ ਨਹੀਂ ਚਾਹੁੰਦੇ। ਐਸੇ ਗੁਰੂ ਅਰਜਨ ਦੇਵ ਸਾਹਿਬ ਜੀ ਹੈ। ਮਹਾਰਾਜ ਜੀ ਕਿਰਪਾ ਕਰਨ ਕਿਤੇ ਸਾਡੀ ਵੀ ਇਹੋ ਜਿਹੀ ਪ੍ਰੀਤੀ ਪ੍ਰੇਮ ਬਣ ਜੇ। ਦੋਹਰਾ ਸ੍ਰੀ ਗੁਰ ਹਰਗੋਬਿੰਦ ਬਰ। ਹੁਣ ਛੇਵੇਂ ਪਾਤਸ਼ਾਹ ਜੀ ਦਾ ਮੰਗਲ ਕਵੀ ਸਾਹਿਬ ਜੀ ਕਰ ਰਹੇ ਹੈ। ਇਸ਼ਟ ਗੁਰੂ ਛੇਵੇਂ ਆਪਣੇ ਕਿਹੜੇ ਹੈ? ਹਰਗੋਬਿੰਦ ਸਾਹਿਬ ਜੀ। ਅਤੇ ਕਵੀ ਸਾਹਿਬ ਜੀ ਸਿੱਖ ਹੈ ਬੜੇ ਮਹਾਨ। ਛੇਵੇਂ ਗੁਰੂ ਜੀ ਦਾ ਮੰਗਲ ਕਰ ਰਹੇ ਹੈ। ਪੰਜ ਪਿਆਲੇ ਪੰਜ ਪੀਰ, ਛਠਾਂ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਪੰਜਵੇਂ ਪਾਤਸ਼ਾਹ ਜੀ ਨੇ ਆਪਣੀ ਕਾਇਆ ਸਰੀਰ ਹੀ ਬਸ ਪਲਟਿਆ, ਜੋਤ ਛੇਵੇਂ ਪਾਤਸ਼ਾਹ ਆਪਣੇ ਸਪੁੱਤਰ ਹਰਗੋਬਿੰਦ ਸਾਹਿਬ ਜੀ ਵਿੱਚ ਧਾਰਨ ਕਰ ਦਿੱਤੀ, ਪਾ ਦਿੱਤੀ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੰਗਲ ਕਵੀ ਜੀ ਕਰ ਰਹੇ ਆ। ਕਹਿੰਦੇ ਜੋ ਸੋਭਾ ਵਾਲੇ ਸ਼੍ਰੋਮਣੀ ਹੈ, ਬੜੇ ਸ੍ਰੇਸ਼ਟ ਸਤਿਗੁਰੂ ਹੈ, ਜੋ ਹਰਗੋਬਿੰਦ, ਜੋ ਹਰੀ ਹੈ, ਗੋਬਿੰਦ ਹੈ, ਜੋ ਹਰੀ ਵਿਸ਼ਨੂੰ ਦੇ ਵੀ ਗੋਬਿੰਦ ਮਾਲਕ ਹੈ, ਜੋ ਸ਼ਿਵ ਜੀ ਦੇ ਵੀ ਮਾਲਕ ਹੈ, ਹਰ ਜੋ ਬ੍ਰਹਮਾ ਦੇ ਵੀ ਮਾਲਕ ਹੈ, ਇਸ ਤਰ੍ਹਾਂ ਧਰਤੀ ਦੇ ਮਾਲਕ ਹੈ, ਇੰਦਰੀਆਂ ਦੇ ਰੱਖਿਅਕ ਹੈ। ਐਸੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਹਰ ਕਹੀਏ ਜੋ ਬੜੇ ਬਲ ਵਾਲੇ ਹੈ, ਬੜੇ ਸ੍ਰੇਸ਼ਟ ਹੈ ਅਤੇ ਆ ਸਿੱਖਾਂ ਨੂੰ ਵਰ ਬਖਸ਼ਣ ਵਾਲੇ ਹੈ। ਸਨੱਧ ਬੱਧ ਧਰ ਧਿਆਨ। ਇਸ ਤਰ੍ਹਾਂ ਸਨੱਧ ਬੱਧ ਜੋ ਬੜੇ ਤਿਆਰ ਬਰ ਤਿਆਰ ਰਹਿੰਦੇ। ਮੀਰੀ ਪੀਰੀ ਦੀ ਤਲਵਾਰ, ਦੋ ਤਲਵਾਰਾਂ ਧਾਰਨ ਕੀਤੀਆਂ ਛੇਵੇਂ ਪਾਤਸ਼ਾਹ ਜੀ ਨੇ।
ਜਿਨ੍ਹਾਂ ਸਤਿਗੁਰਾਂ ਨੇ ਮੀਰਾਂ ਦੀ ਬਾਦਸ਼ਾਹਾਂ ਦੀ ਬਾਦਸ਼ਾਹੀ ਖੋਹ ਲਈ ਹੈ ਅਤੇ ਪੀਰਾਂ ਦੀ ਪੀਰੀ ਖੋਹ ਲਈ ਹੈ, ਐਸੇ ਗੁਰੂ ਵੱਡੇ ਹੈ। ਅਤੇ ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਧ ਸੰਗਤ ਜੀ ਜਿਹੜਾ ਸਰੀਰ ਦਾ ਆਕਾਰ ਸੀ ਬੜਾ ਵੱਡਾ ਸੀ ਮਹਾਰਾਜ ਦਾ, ਭਾਵ ਸਤਿਗੁਰੂ ਜੀ ਦਾ ਸਰੀਰ, ਗੁਰੂ ਜੀ ਬੜੇ ਜਵਾਨ ਸਨ ਛੇਵੇਂ ਪਾਤਸ਼ਾਹ ਜੀ। ਅਤੇ ਜਦੋਂ ਚੋਲਾ ਪਹਿਨਦੇ ਆ ਅਤੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਦੇ ਆ ਸਤਿਗੁਰੂ ਜੀ, ਅਤੇ ਬਸ ਉੱਥੇ ਦੇ ਸਾਰਿਆਂ ਦੀ ਜਿਹੜੀ ਹੈ ਨਾ ਵਡਿਆਈ, ਦੁਨੀਆ ਦੇ ਲੋਕਾਂ ਦੀ, ਬ੍ਰਹਿਮੰਡਾਂ ਦੇ ਵਿੱਚ ਰਹਿਣ ਵਾਲੇ ਜੀਵਾਂ ਦੀ ਉਹ ਫਿੱਕੀ ਪੈ ਜਾਂਦੀ ਹੈ। ਐਸੇ ਛੇਵੇਂ ਪਾਤਸ਼ਾਹ ਜੀ ਜੋ ਬੜੇ ਮਹਾਨ ਬਲ ਵਾਲੇ ਹੈ, ਜਿਨ੍ਹਾਂ ਨੇ 4 ਜੰਗਾਂ ਕੀਤੀਆਂ ਹੈ, ਚਾਰੇ ਜੰਗਾਂ ਵਿੱਚ ਹੀ ਮੁਗਲਾਂ ਨੂੰ ਮਾਤ ਪਾਈ ਹੈ। ਭਾਈ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਦਾ ਧਿਆਨ ਧਰ ਕੇ ਛੇਵੇਂ ਪਾਤਸ਼ਾਹ ਜੀ ਦਾ ਬੰਦ ਦੋ ਕਰ ਬੰਦਨਾ, ਕਹਿੰਦੇ ਐ ਮੈਂ ਕਰ ਕਹੀਏ ਦੋਵੇਂ ਹੱਥਾਂ ਨੂੰ ਬੰਨ੍ਹ ਕੇ ਜੋੜ ਕੇ ਅਤੇ ਕਰ ਕਹੀਏ ਬੰਦਨਾ ਨਮਸਕਾਰ ਕਰਦਾ ਹਾਂ। ਸੁੰਦਰ ਦੁੱਤ ਮਦਨਾਨਾ, ਜਿਨ੍ਹਾਂ ਦੀ ਸੋਭਾ ਬੜੀ ਸੁੰਦਰ ਹੈ, ਬੜੇ ਸੋਭਾ ਵਾਲੇ ਗੁਰੂ ਜੀ, ਅਤੇ ਜਿਨ੍ਹਾਂ ਅੱਗੇ ਸੁੰਦਰ ਦੁੱਤ ਮਦਨਾਨ, ਜਿਹੜਾ ਮਦ ਕਹੀਏ ਹੰਕਾਰ ਹੈ, ਜਿਹਦੇ ਹੰਕਾਰ ਦੀ ਵੀ ਕੋਈ ਸੋਭਾ ਨਹੀਂ ਰਹਿ ਜਾਂਦੀ। ਬੰਦੇ ਨੂੰ ਹੰਕਾਰ ਹੀ ਤਾਂ ਹੁੰਦਾ ਨਾ, ਮੈਂ ਬੜਾ ਸੋਹਣਾ ਹਾਂ, ਅਤੇ ਹੰਕਾਰ ਇਹਦਾ ਮਤਲਬ ਸੁੰਦਰਤਾ ਨੂੰ ਵੱਡਾ ਹੈ। ਉਹ ਹੰਕਾਰ ਵੀ ਕਹਿੰਦੇ ਨਹੀਂ ਰਹਿੰਦਾ। ਸਾਰੇ ਜੀਵਾਂ ਦੀ ਸੁੰਦਰਤਾ ਦੁੱਤ ਉੱਥੇ ਨਾਸ ਹੋ ਜਾਂਦੀ ਜਿੱਥੇ ਛੇਵੇਂ ਪਾਤਸ਼ਾਹ ਜੀ ਦੀ ਗੱਲ ਆਉਂਦੀ ਹੈ। ਇਸੇ ਤਰ੍ਹਾਂ ਸੁੰਦਰ ਦੁੱਤ ਮਦਨਾ ਨਾ ਵਿਸ਼ਰਾਮ, ਇੱਦਾਂ ਪਦ ਕਰਕੇ ਪਦਛੇਦ। ਮਦਨਾ ਕਹੀਦਾ ਹੈ ਕਾਮਦੇਵ ਨੂੰ। ਕਾਮਦੇਵ ਜੀ ਦੀ ਬੜੀ ਸ਼ੋਭਾ ਮੰਨੀ ਹੈ, ਬੜਾ ਜਿਹੜਾ ਸੁੰਦਰ ਹੈ, ਭਰਮਾ ਲੈਂਦਾ ਹੈ ਵੱਡਿਆਂ ਨੂੰ। ਮਦਨਾ ਨਾ ਜਿੱਥੇ ਕਾਮਦੇਵ ਦੀ ਵੀ ਸ਼ੋਭਾ ਸੁੰਦਰਤਾ ਹੀ ਨਹੀਂ ਰਹਿ ਜਾਂਦੀ, ਉਹਦੀ ਵੀ ਫਿੱਕੀ ਪੈ ਜਾਂਦੀ ਹੈ। ਕਿਉਂਕਿ ਕਾਮਦੇਵ ਜਿਹੜਾ ਹੈ ਉਹ ਭਰਮਾ ਕੇ ਤੇ ਬੰਦੇ ਨੂੰ ਦੋਸ਼ੀ ਕਾਮੀ ਬਣਾ ਦਿੰਦਾ ਹੈ। ਪਰ ਜਿਹੜੇ ਸਤਿਗੁਰੂ ਜੀ ਹੈ ਉਹ ਤਾਂ ਕੈਸੀ ਸੁੰਦਰ ਸ਼ੋਭਾ ਵਾਲੇ ਹੈ, ਸਤੋ ਗੁਣੀ ਵਿਹਾਰ ਵਾਲੇ ਹੈ, ਅਤੇ ਸਤੋ ਗੁਣੀ ਦੇ ਬ੍ਰਹਮ ਗਿਆਨ ਸਿੱਖਾਂ ਨੂੰ ਬਖਸ਼ ਦੇਣ ਵਾਲੇ ਹੈ। ਕਾਮਦੇਵ ਤੇ ਕਾਮੀ ਕਰਦਾ ਹੈ, ਅਤੇ ਜਿਹੜੇ ਸਤਿਗੁਰੂ ਜੀ ਇਹਦੇ ਬ੍ਰਹਮ ਗਿਆਨ ਬਖਸ਼ਦੇ ਹੈ, ਅਤੇ ਨਾਲ ਜਿਹੜਾ ਹੈ ਸਾਧ ਸੰਗਤ ਜੀ ਬਲ ਬਖਸ਼ਦੇ ਹੈ। ਇਵੇਂ ਗੁਰੂ ਜੀ ਦੀ ਮਹਿਮਾ ਮਾਣ ਹੈ। ਸੁੰਦਰ ਦੁੱਤ ਮਦਨਾ ਨਾ, ਕਾਮਦੇਵ ਦੀ ਵੀ ਜਿਹੜੀ ਸ਼ੋਭਾ ਜਿੰਨਾ ਸਤਿਗੁਰਾਂ ਅੱਗੇ ਨਹੀਂ ਰਹਿੰਦੀ ਕੁਝ, ਅਤੇ ਉਸ ਸਤਿਗੁਰਾਂ ਨੂੰ ਕਹਿੰਦੇ ਹੈ ਮੈਂ ਦੋਵੇਂ ਹੱਥ ਜੋੜ ਕੇ ਬੰਦਨਾ ਕਰਦਾ ਹਾਂ। ਕਬਿਤ ਅਮਲ ਕਮਲ ਜੈਸੇ ਕੈਸੇ ਕਹੋ ਪਦ ਜੁਗ। ਹੁਣ ਕਵੀ ਸਾਹਿਬ ਜੀ ਉਪਮਾ ਦੇ ਕੇ ਨਾ ਅਤੇ ਸਤਿਗੁਰੂ ਜੀ ਦੇ ਚਰਨ ਮਹਾਨ ਦੱਸਣਗੇ, ਛੇਵੇਂ ਪਾਤਸ਼ਾਹ ਜੀ ਨੂੰ ਮਹਾਨ ਦੱਸਣਗੇ। ਕਹਿੰਦੇ ਭਾਈ ਜਿਹੜੇ ਅਮਲ ਮੈਲ ਤੋਂ ਰਹਿਤ ਬੜੇ ਉੱਜਲ ਛੇਵੇਂ ਪਾਤਸ਼ਾਹ ਜੀ ਦੇ ਚਰਨ ਹੈ, ਲਾਲ ਸੁਰਖ ਬੜੇ ਸੁੰਦਰ ਚਰਨ ਗੁਰੂ ਜੀ ਦੇ। ਕਹਿੰਦੇ ਹੈ ਕਮਲ ਜੈਸੇ, ਕਹਿੰਦੇ ਕਵੀ ਜੀ ਮੈਂ ਸਤਿਗੁਰੂ ਜੀ ਦੇ ਦੋਵੇਂ ਚਰਨਾਂ ਦੇ ਵਰਗਾ, ਮੈਂ ਕਮਲ ਫੁੱਲ ਨੂੰ ਕਿਵੇਂ ਕਹਿ ਦੇਵਾਂ ਵੀ ਕਮਲ ਫੁੱਲ ਸਤਿਗੁਰੂ ਜੀ ਦੇ ਚਰਨਾਂ ਵਰਗਾ ਹੈ। ਕਮਲ ਫੁੱਲ ਤੇ ਕੁਝ ਨਹੀਂ ਹੈ। ਸਤਿਗੁਰੂ ਜੀ ਦੇ ਜਿਹੜੇ ਚਰਨ ਹੈ ਉਹ ਤਾਂ ਰਾਤ ਦਿਨ ਸਿੱਖਾਂ ਨੂੰ ਭਾਵ ਭਗਤੀ ਦੀਆਂ ਸੁਗੰਧੀਆਂ ਦੇ ਰਹੇ ਹੈ, ਅਤੇ ਜਿਹੜਾ ਕਮਲ ਦਾ ਫੁੱਲ ਹੈ ਉਹ ਤਾਂ ਰਾਤ ਨੂੰ ਬੰਦ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਹੈ ਮੈਂ ਕਮਲ ਫੁੱਲ ਦੀ ਸ਼ੋਭਾ ਸਤਿਗੁਰੂ ਜੀ ਦੇ ਚਰਨਾਂ ਦੋਵਾਂ ਨਾਲ ਕਿਵੇਂ ਦੇ ਦੇਵਾਂ, ਕਿਵੇਂ ਕਹਿ ਦੇਵਾਂ ਵੀ ਇਹ ਕਮਲ ਦਾ ਫੁੱਲ ਗੁਰੂ ਦੇ ਚਰਨਾਂ ਬਰਾਬਰ ਹੈ। ਰਜਨੀ ਮੈਂ ਆਨ ਗਤ ਹੋਤ ਜਿਨ ਬਨ ਹੈ। ਕਹਿੰਦੇ ਜਿਸ ਕਮਲ ਫੁੱਲ ਦੀ ਰਜਨੀ ਕਹੀਏ ਰਾਤ ਆਉਣ ਦੇ ਨਾਲ ਹੀ ਹੋਰ ਹੀ ਜਿਹੜੀ ਹਾਲਤ ਹੈ ਹੋ ਜਾਣ ਦੀ ਆਦਤ ਹੈ। ਜਾਨੀਏ ਸੰਤਾਨ ਕੇ ਸਮਾਨ ਬਨੈ ਅਨਬਨ। ਵੀ ਕਮਲ ਫੁੱਲ ਜਦੋਂ ਸਾਧ ਸੰਗਤ ਜੀ ਪੈ ਜਾਂਦੀ ਨਾ ਸ਼ਾਮ, ਉਹ ਬੰਦ ਹੋ ਜਾਂਦਾ। ਅਤੇ ਗੁਰੂ ਜੀ ਦੇ ਚਰਨ ਜਿਹੜੇ ਹੈ ਉਹ ਤਾਂ ਨਹੀਂ ਕਿ ਵੀ ਰਾਤ ਪੈ ਗਈ ਅਤੇ ਹੁਣ ਗੁਰੂ ਦੇ ਚਰਨਾਂ ਦਾ ਕੋਈ ਧਿਆਨ ਧਰੇ ਅਤੇ ਸਤਿਗੁਰੂ ਜੀ ਉੱਥੇ ਪਹੁੰਚਣ ਨਾ, ਜਾਂ ਗੁਰੂ ਜੀ ਦੇ ਚਰਨਾਂ ਦਾ ਧਿਆਨ ਸਿੱਖ ਧਰੇ ਮੱਥਾ ਟੇਕੇ ਅਤੇ ਉਹਨੂੰ ਮੱਥਾ ਨਹੀਂ ਗੁਰੂ ਜੀ ਟੇਕਣ ਦੇਣਗੇ। ਗੁਰੂ ਜੀ ਦੇ ਚਰਨ ਸਦਾ ਹੀ ਹਾਜ਼ਰ ਨਾਜ਼ਰ ਹੈ, ਰਾਤ ਦਿਨ ਕੋਈ ਮੱਥਾ ਟੇਕੇ।
ਪਰ ਕੰਬਲ ਫੁੱਲ ਰਾਤ ਫਿੱਕਾ ਪੈ ਜਾਂਦਾ, ਉਹਨੂੰ ਆਦਤ ਹੈ, ਇਵੇਂ ਉਹਦੀ ਨਿਉਣਤਾ ਹੀ ਹੈ। ਇੱਕ ਹੋਰ ਪ੍ਰਮਾਣ ਦੇ ਰਹੇ ਵੀ ਚਲੋ ਕਮਲ ਫੁੱਲ ਵਰਗੇ ਗੁਰੂ ਦੇ ਚਰਨ ਨਹੀਂ ਹੈ ਅਤੇ ਕਲਪ ਬ੍ਰਿਛ ਵਰਗੇ ਤਾਂ ਫਿਰ ਜਾਣ ਹੀ ਸਕਦੇ ਹਾਂ। ਕਹਿੰਦੇ ਜਾਨੀਏ ਸੰਤਾਨ ਕੇ ਸਮਾਨ ਬਨੇ ਆਨ ਬਨ, ਇਹ ਵੀ ਕੋਈ ਵਡਿਆਈ ਨਹੀਂ ਹੈ। ਜੇ ਕਹਿੰਦੇ ਜਾਣ ਲਈਏ ਵੀ ਗੁਰੂ ਜੀ ਦੇ ਚਰਨ ਸੰਤਾਨ ਕਈ ਜਿਹੜਾ ਕਲਪ ਬ੍ਰਿਛ ਹੈ, ਉਹ ਕਲਪ ਬ੍ਰਿਛ ਇੱਕ ਸਵਰਗ ਦਾ ਰੁੱਖ ਹੈ, ਜਿਹਦੇ ਥੱਲੇ ਬੈਠ ਜਾਈਏ ਨਾ, ਜਿਹੜੀ ਕਲਪਨਾ ਕਰ ਦਈਏ ਤਾਂ ਉਹ ਹੀ ਕਲਪਨਾ ਪੂਰੀ ਕਰ ਦਿੰਦਾ ਉਹ ਬ੍ਰਿਛ। ਅਤੇ ਕਹਿੰਦੇ ਆ ਵੀ ਇਸ ਤਰ੍ਹਾਂ ਜਾਣ ਸਕਦੇ ਹਾਂ ਵੀ ਗੁਰੂ ਦੇ ਚਰਨ ਜਿਹੜੇ ਆ ਕਲਪ ਬ੍ਰਿਛ ਵਰਗੇ ਆ। ਕਵੀ ਜੀ ਕਹਿੰਦੇ ਆ ਜੇ ਉਹਦੇ ਸਮਾਨ ਹੀ ਕਹਿ ਦਈਏ ਨਾ, ਅਤੇ ਕਹਿੰਦੇ ਬਣੇ ਅਨਬਨ, ਉਹ ਵੀ ਅਨਬਨ ਆ ਕੋਈ ਜੁਗਤੀਹੀਣ ਮਰਿਆਦਾਹੀਣੀ ਅਣਬਣ ਜੀ ਗੱਲ ਹੀ ਬਣਦੀ ਹੈ। ਦਾਨੀ ਮਨ ਕਾਮਨਾ ਨਾ ਦਾਨੀ ਮੁਖ ਗਿਆਨ ਹੈ। ਕਿਉਂਕਿ ਕਹਿੰਦੇ ਉਹ ਕਲਪ ਬ੍ਰਿਛ ਮਨ ਦੀ ਕਾਮਨਾ ਦਾ ਤੇ ਦਾਨੀ ਹੈ। ਮਨ 'ਚ ਕੀਤੀ ਕਲਪਨਾ ਜੀ ਆ ਜੇ ਤਾਂ ਉੱਥੇ ਪੂਰਾ ਹੋ ਜਾਊ। ਕਹਿੰਦੇ ਉਹ ਕਲਪ ਬ੍ਰਿਛ ਮਨ ਦੀ ਕਾਮਨਾ ਦਾ ਦਾਨੀ ਤਾਂ ਹੈ, ਪਰ ਨਾ ਦਾਨੀ ਮੋਖ ਗਿਆਨ ਹੈ, ਪਰ ਮੁਕਤੀ ਦੇ ਦਾਨੀ ਨਹੀਂ ਹੈ। ਉਹ ਬ੍ਰਹਮ ਗਿਆਨ ਦਾ ਦਾਨੀ ਨਹੀਂ ਹੈ। ਕੋਈ ਕਲਪ ਬ੍ਰਿਛ ਥੱਲੇ ਬਹਿ ਕੇ ਕਹਿ ਦੇਵੇ ਮੈਨੂੰ ਬ੍ਰਹਮ ਗਿਆਨ ਬਖਸ਼ ਦੇ, ਉਹ ਨਹੀਂ ਮਿਲ ਸਕਦਾ। ਕਲਪ ਬ੍ਰਿਛ ਥੱਲੇ ਬਹਿ ਕੇ ਕਹਿ ਦੇ ਮੈਨੂੰ ਜੀ ਮੁਕਤੀ ਦੇ ਦੇ ਤੂੰ, ਉਹ ਮੁਕਤੀ ਨਹੀਂ ਦੇ ਸਕਦਾ। ਮੁਕਤੀ ਹੈ ਗੁਰੂ ਪਾਸ ਹੀ। ਛੇਵੇਂ ਪਾਤਸ਼ਾਹ ਜੀ ਇਸ ਤਰ੍ਹਾਂ ਮਹਾਨ ਹੈ, ਸਤਿਗੁਰੂ ਜੀ ਮੁਕਤੀ ਬਖਸ਼ਦੇ ਸਿੱਖਾਂ ਨੂੰ, ਬ੍ਰਹਮ ਗਿਆਨ ਬਖਸ਼ਦੇ ਹੈ। ਇਵੇਂ ਜਿਹੜੀ ਹੈ ਕਲਪ ਬ੍ਰਿਛ ਦੀ ਜਿਹੜੀ ਉਪਮਾ ਹੈ ਉਹ ਵੀ ਗੁਰੂ ਜੀ ਦੇ ਚਰਨਾਂ ਨਾਲ ਬਿਲਕੁਲ ਨਹੀਂ ਬਣਦੀ। ਚਿੰਤਾ ਮਨ ਜੈਸੇ ਨਖ ਭਾਖੇ ਨਾ ਪਰਤ ਮੁਖ। ਫਿਰ ਕਹਿੰਦੇ ਆ ਜੇ ਕੋਈ ਚਿੰਤਾ ਮਣੀ, ਇੱਕ ਮਣੀ ਹੈ ਚਿੰਤਾ, ਚਿੰਤਾਮਣੀ ਇੱਕ ਰਤਨ ਹੈ ਬੜਾ ਅਮੋਲਕ। ਕਹਿੰਦੇ ਵੀ ਚਿੰਤਾਮਣ ਜੈਸੇ ਕੋਈ ਕਹਿ ਦੇ ਵੀ ਗੁਰੂ ਜੀ ਦੇ ਚਰਨ ਚਲੋ ਚਿੰਤਾਮਣੀ ਦੀ ਤੁਲਨਾ ਦੇ ਦਈਏ, ਕਵੀ ਸਾਹਿਬ ਜੀ ਕਹਿੰਦੇ ਉਹ ਵੀ ਨਹੀਂ ਬਣਦੀ। ਕਹਿੰਦੇ ਹੈ ਉਹ ਤਾਂ ਮੈਂ ਜੈਸੇ ਨਖ ਭਾਖੇ ਨਾ ਪਰਤ ਮੁਖ, ਮੇਰੇ ਦੇ ਮੁੱਖੋਂ ਆ ਪਰਤ ਕੇ ਉਲਟ ਕੇ ਇੰਨਾ ਵੀ ਨਹੀਂ ਕਿਹਾ ਜਾਂਦਾ ਵੀ ਮੈਂ ਕਹਿ ਦੇਵਾਂ ਵੀ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਦੇ ਨਹੁੰ ਹੈ ਬੜੇ ਸੁੰਦਰ, ਵੀ ਚਿੰਤਾਮਣੀ ਉਸ ਵਰਗੀ ਹੈ। ਕਹਿੰਦੇ ਉਹ ਵੀ ਨਹੀਂ ਮੈਂ ਕਹਿ ਸਕਦਾ। ਚਿੰਤਾਮਣੀ ਕੀ ਕਰਦੀ ਹੈ? ਜਿੱਦਾਂ ਜਿਹੜੀ ਕੋਈ ਚਿੰਤਾ ਕੀਤੀ ਨਾ ਹੱਥ ਵਿੱਚ ਆ ਗਈ, ਚਿੰਤਨ ਕਰ ਲਿਆ, ਇੱਥੇ ਹੁਣੇ ਹੀ ਆ ਕੋਠੀ ਬਣ ਜੇ, ਕੋਠੀ ਬਣ ਜਾਊਗੀ, ਇੱਥੇ ਹੁਣੇ ਹੀ ਆ ਇੰਨਾ ਕੁਝ ਖਾਣ ਨੂੰ ਆ ਜੇ, ਉਸੇ ਵੇਲੇ ਖਾਣ ਨੂੰ ਆ ਜੂ। ਜਿਹੜਾ ਵੀ ਚਿੰਤਨ ਕਰ ਲਿਆ, ਜਦੋਂ ਮਣੀ ਨਿਕਲ ਗਈ ਕੋਲੋਂ ਸਭ ਕੁਝ ਉੱਥੇ ਨਾਸ ਹੋ ਜਾਣਾ। ਅਤੇ ਸਤਿਗੁਰੂ ਜੀ ਪਾਸੋਂ ਜੋ ਮੰਗਾਂਗੇ ਉਹ ਕਦੀ ਨਾਸ ਨਹੀਂ ਹੁੰਦਾ। ਇਸ ਕਰਕੇ ਗੁਰੂ ਦੇ ਚਰਨ ਮਹਾਨ ਹੈ। ਕਵੀ ਜੀ ਕਹਿੰਦੇ ਮੈਂ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਚਰਨਾਂ ਦੇ ਨਹੁੰ ਹੈ ਨਾ, ਮੈਂ ਇਹਦੇ ਮੁੱਖੋਂ ਪਲਟ ਕੇ ਇਹ ਵੀ ਨਹੀਂ ਕਹਿ ਸਕਦਾ ਕਿ ਉਹ ਚਿੰਤਾਮਣੀ ਨਹੁੰਆਂ ਦੇ ਬਰਾਬਰ ਹੀ ਹੈ। ਮੋਹ ਨਾ ਮਿਟਾਵੇ ਦੁੱਖ ਜਾਣਤ ਜਹਾਨ ਹੈ। ਇਹ ਜਗ ਜਾਰੀ ਗੱਲ ਹੈ, ਇਹ ਸੰਸਾਰ ਸਾਰਾ ਜਾਣਦਾ ਹੈ ਕਿ ਉਹ ਚਿੰਤਾਮਣੀ ਭਾਵੇਂ ਚਿੰਤਨ ਕਰਨ ਕਰਕੇ ਚੀਜ਼ਾਂ ਦੇ ਸਕਦੀ ਹੈ, ਦੁਨਿਆਵੀ ਵਸਤਾਂ ਦੇ ਸਕਦੀ ਹੈ, ਪਰ ਸਾਧ ਸੰਗਤ ਜੀ ਮੋਹ ਨਹੀਂ ਮਿਟਾ ਸਕਦੀ, ਉਹ ਦੁੱਖ ਨਹੀਂ ਮਿਟਾ ਸਕਦੀ। ਜਿਹੜਾ ਮੋਹ ਦਾ ਦੁੱਖ ਹੈ ਸਭ ਤੋਂ ਮਾੜਾ ਦੁੱਖ ਹੈ। ਜੋ ਕੁਝ ਵੀ ਹੋ ਰਿਹਾ ਨਾ ਹੁਣ ਇਹ ਮੋਹ ਦਾ ਹੀ ਪਸਾਰਾ ਹੈ। ਜੇ ਕੋਈ ਮਾਂ ਪਿਓ ਨੂੰ ਪਿੱਛੇ ਛੱਡ ਦਿੰਦਾ ਹੈ ਉਹ ਵੀ ਮੋਹ ਦਾ ਕਾਰਨ ਹੈ, ਕਿਉਂਕਿ ਉਹਦਾ ਮੋਹ ਅਗਲੇ ਪਾਸੇ ਪਿਆ ਹੋਇਆ ਹੈ। ਅਤੇ ਮੋਹ ਕਰਕੇ ਧੱਕੇ ਹੈ। ਸਤਿਗੁਰੂ ਜੀ ਦਾ ਬਚਨ ਹੈ ਏਤ ਮੋਹਿ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਕੋਈ ਰੱਬ ਦਾ ਪਿਆਰਾ ਹੀ ਪਾਰ ਉਤਰਿਆ, ਬਾਕੀ ਦੁਨੀਆ ਵਿਚਾਰੀ ਡੁੱਬ ਗਈ ਹੈ, ਮੋਹ ਦੇ ਵਿੱਚ ਮਰ ਗਈ ਹੈ। ਇਹ ਸੰਸਾਰ ਵਿੱਚ ਨਾਸ ਹੋ ਗਿਆ ਲੋਕਾਂ ਦਾ, ਵੱਡਿਆਂ ਵੱਡਿਆਂ ਦਾ। ਗੁਰੂ ਅਰਜਨ ਸਾਹਿਬ ਜੀ ਬੜਾ ਕੀ ਬਚਨ ਕਰਦੇ ਹੈ ਸੰਸਕ੍ਰਿਤੀ ਸ਼ਲੋਕਾਂ ਵਿੱਚ, ਹੇ ਅਜਿਤ ਸੂਰ ਸੰਗਰਾਮੰ ਅਤ ਬਲਣਾ ਬਹੁ ਮਰਦਨ ਹੈ, ਗਣ ਗੰਧਰਵ ਦੇਵ ਮਨੁੱਖਯੰ ਪਾਸ ਪੰਖੀ ਵਿਮੋਹਨ ਹੈ।
हर करण हारं नमस्कारं शरण नानक जगदीश्वर है। हे मोह तू ऐसा अजित सूरमा, तेनू ना जित्या जाने वाला तू सूरमा है। एडा तू युद्ध मचाया होया है, अत दा तू बली है, बहु मर्दन है, बड़े बल वाला है, ते तू दे नाश कर छड्या सारे संसार दा। कित्थों तक गण गंधर्व देव ਜਿਹੜੇ देवते हैं, देवतियां दे रागी गंधर्व हैं, सारे मनुख इन्हां सारिਆਂ ਨੂੰ तू मोह लिया है। होर की होर पशुआं ਨੂੰ तू मोह लिया है। पशु ਦੇ ਕਿਤੇ ਜਿਹੜਾ ਬੱਚਾ ਜਨਮਿਆ ਕੋਈ ਕੱਟੀ ਵੱਛੀ ਪਰੇ ਕਰ ਦੋ ਤੇ ਵੇਖੋ ਕਿਵੇਂ ਉਹ ਪਸ਼ੂ ਦੀ ਜਾਨ ਨਿਕਲਦੀ ਹੈ। ਪੰਛੀ ਦਾ ਬੱਚਾ ਕੋਈ ਮਰ ਜੇ, ਆਂਡਾ ਟੁੱਟ ਜੇ, ਤੇ ਆ ਵੇਖੋ ਕਾਂ ਕੌਣੀਆਂ ਕੋਇਲਾਂ ਕਿਵੇਂ ਲੜਦੀਆਂ ਵੀ ਮੋਹਨ ਹੈ। ਤੂੰ ਸਾਰਿਆਂ ਨੂੰ ਇਹ ਮੋਹ ਮੋਹ ਲਿਆ ਹੈ, ਪਰ ਰੱਬ ਦੇ ਪਿਆਰੇ ਮੋਹ ਤੋਂ ਮੁਕਤ ਹੋਏ ਹੈ। ਮੋਹ ਨਾ ਮਿਟਾਵੇ ਦੁੱਖ ਜਾਣਤ ਜਹਾਨ ਹੈ। ਕਹਿੰਦੇ ਚਿੰਤਾਮਣੀ ਉਹ ਚਿੰਤਨ ਕੀਤੀਆਂ ਹੋਈਆਂ ਚੀਜ਼ਾਂ ਦੇ ਦੇ ਸਕਦੀ ਹੈ, ਪਰ ਭਾਈ ਮੋਹ ਨਹੀਂ ਮਾਰ ਸਕਦੀ। ਮੋਹ ਬੜਾ ਦੁਖਦਾਈ ਹੈ। ਸਾਧ ਸੰਗਤ ਜੀ, ਮੋਹ ਦੀ ਕੀ ਕੋਈ ਕਥਾ ਕਰੇ। ਇੰਨਾ ਸਾਨੂੰ ਮੋਹ ਨੇ ਮਾਰਿਆ ਹੋਇਆ ਅਸੀਂ ਦੱਸ ਹੀ ਨਹੀਂ ਸਕਦੇ, ਕਿਉਂਕਿ ਸਾਰੀ ਜਗਤ ਦੀ ਮੋਹ 'ਚ ਫਸਿਆ ਹੋਇਆ ਹੈ। ਇੱਥੋਂ ਤੱਕ ਕਿ ਇੱਕ ਬ੍ਰਹਮ ਰਿਸ਼ੀ, ਉਹਨੂੰ ਵੀ ਮੋਹ ਜਾਗ ਗਿਆ ਸੀ। ਵਿਸ਼ਵਾਮਿੱਤਰ ਬੜਾ ਮਹਾਨ ਤਪਸਵੀ ਰਾਜਾ ਹੋਇਆ ਹੈ, ਅਤੇ ਵਿਸ਼ਵਾਮਿੱਤਰ ਨੇ ਜਿਹੜਾ ਸੀ ਵਿਸ਼ਿਸ਼ਟ ਯੋਗ ਵਿਸ਼ਿਸ਼ਟ ਸ਼੍ਰੀ ਰਾਮ ਚੰਦਰ ਭਗਵਾਨ ਦੇ ਗੁਰੂ ਜੀ, ਉਹਨਾਂ ਨੂੰ ਸਾਰੇ ਲੋਕ ਬ੍ਰਹਮ ਰਿਸ਼ੀ ਕਹਿੰਦੇ ਸੀ। ਇਹ ਸੋਚਦਾ ਵੀ ਇਹਨੂੰ ਬ੍ਰਹਮ ਰਿਸ਼ੀ ਕਹਿੰਦੇ, ਇਹ 'ਚ ਕੀ ਹੈ, ਮੈਨੂੰ ਕਿਉਂ ਨਹੀਂ ਕਹਿੰਦੇ। ਅਤੇ ਇਹਨੇ ਤਪੱਸਿਆ ਕੀਤੀ ਬ੍ਰਹਮਾ ਦੀ। ਬ੍ਰਹਮਾ ਜੀ ਨੂੰ ਧਿਆ ਕੇ ਤਪੱਸਿਆ ਕੀਤੀ, ਪ੍ਰਗਟ ਹੋਏ। ਕਹਿੰਦੇ ਹਾਂਜੀ ਵਿਸ਼ਵਾਮਿੱਤਰ ਜੀ, ਕੀ ਮੰਗਦੇ ਹੋ। ਕਹਿੰਦੇ ਹੇ ਬ੍ਰਹਮਾ ਜੀ, ਮੈਂ ਤੁਹਾਡੇ ਕੋਲ ਮੰਗਦਾ ਕਿ ਜਿਵੇਂ ਬ੍ਰਹਮ ਰਿਸ਼ੀ ਹੈ ਨਾ ਹੁੰਦਾ, ਮੈਨੂੰ ਲੋਕ ਬ੍ਰਹਮ ਰਿਸ਼ੀ ਕਹਿਣ। ਕਹਿੰਦੇ ਤਥਾਸਤੂ, ਤਿਵੇਂ ਹੋਏਗਾ। ਬਾਕੀ ਹਾਂ, ਸਾਡੇ ਵੱਲੋਂ ਤੂੰ ਬ੍ਰਹਮ ਰਿਸ਼ੀ ਹੋ ਗਿਆ ਹੈ, ਆਮ ਲੋਕਾਂ ਵਾਸਤੇ ਵੀ ਤੂੰ ਬ੍ਰਹਮ ਰਿਸ਼ੀ ਹੋ ਗਿਆ ਹੈ, ਪਰ ਇਸ ਸ੍ਰਿਸ਼ਟੀ ਦੇ ਵਿੱਚ ਇੱਕ ਸੱਤ ਵਕਤਾ ਹੈ ਯੋਗ ਵਿਸ਼ਿਸ਼ਟ, ਤੂੰ ਉਹਦੇ ਮੂੰਹ ਤੋਂ ਇੱਕ ਵਾਰ ਕਢਾ ਲੈ, ਉਹ ਤੈਨੂੰ ਬ੍ਰਹਮ ਰਿਸ਼ੀ ਕਹਿ ਦੇਣ, ਫਿਰ ਤੂੰ ਬ੍ਰਹਮ ਰਿਸ਼ੀ ਹੈ। ਕਹਿੰਦਾ ਜੀ ਠੀਕ ਹੈ, ਕਿਹੜੀ ਗੱਲ, ਰਾਜਾ ਹਾਂ, ਕਢਵਾ ਲਵਾਂਗਾ ਮੂੰਹ ਤੋਂ। ਅਤੇ ਉਹ ਸਾਧ ਸੰਗਤ ਜੀ ਐਂ ਪੂਰਾ ਸ਼ਸਤਰ ਬਸਤਰ ਸਜਾ ਕੇ ਪੂਰਾ ਠਾਠ ਬਾਠ ਨਾਲ, ਅਤੇ ਵਿਸ਼ਵਾਮਿੱਤਰ ਜੋ ਵਿਸ਼ਿਸ਼ਟ ਜੀ ਹੈ ਉਹਦੀ ਕੁੱਲੀ ਵਿੱਚ ਚਲੇ ਗਏ। ਅਗਲੇ ਬੰਨੇ ਪਰਿਵਾਰ ਸਮੇਤ ਵਿਸ਼ਿਸ਼ਟ ਜੀ ਗ੍ਰਹਿਸਥੀ ਵੀ ਹੈ, ਅਤੇ ਪਰ ਫਿਰ ਵੀ ਬ੍ਰਹਮ ਰਿਸ਼ੀ ਹੈ। ਵਿਸ਼ਵਾਮਿੱਤਰ ਗਿਆ ਠਾਠ ਬਾਠ ਨਾਲ। ਅੱਗੇ ਵਿਸ਼ਿਸ਼ਟ ਜੀ ਕਹਿੰਦੇ ਆਓ ਰਾਜ ਰਿਸ਼ੀ ਜੀ, ਵੀ ਰਾਜਿਆਂ ਦੇ ਰਿਸ਼ੀ ਆਓ ਜੀ। ਇਹਨੂੰ ਬੜਾ ਗੁੱਸਾ ਚੜ੍ਹਿਆ ਵੀ ਬ੍ਰਹਮਾ ਨੇ ਵੇਖੋ ਮੈਨੂੰ ਬ੍ਰਹਮ ਰਿਸ਼ੀ ਕਹਿ ਦਿੱਤਾ ਹੈ, ਮੈਨੂੰ ਵਾਰ ਵੀ ਕਰ ਦਿੱਤਾ ਹੈ, ਅਤੇ ਇਹਨੇ ਅਜੇ ਤੱਕ ਨਹੀਂ ਕਿਹਾ। ਇਹ ਆਪਣੇ ਆਪ ਨੂੰ ਇਕੱਲਾ ਹੀ ਬ੍ਰਹਮ ਰਿਸ਼ੀ ਖਵਾਉਣਾ ਚਾਹੁੰਦਾ ਹੈ। ਇਹਨੂੰ ਕਹਿੰਦਾ ਸਜ਼ਾ ਮਿਲਣੀ ਚਾਹੀਦੀ। ਕੀ ਕੀਤਾ, ਉਤਰ ਕੇ ਘੋੜੇ ਤੋਂ ਇੱਕ ਪੁੱਤਰ ਦੀ ਮੌਤ ਕਰ ਦਿੱਤੀ ਵਿਸ਼ਿਸ਼ਟ ਮੁਨੀ ਜੀ ਨੇ। ਉਹਨਾਂ ਕੁਝ ਨਹੀਂ ਕਿਹਾ, ਕਿਉਂਕਿ ਬ੍ਰਹਮ ਰਿਸ਼ੀ ਸੀ। ਇਹ ਮੁੜ ਗਿਆ ਵਾਪਸ। ਦੂਜੇ ਦਿਨ ਫਿਰ ਆਇਆ ਵੀ ਹੁਣ ਮੈਨੂੰ ਆਪੇ ਕਹਿਣਗੇ ਡਰਦੇ। ਦੂਜੇ ਦਿਨ ਆਇਆ, ਫਿਰ ਕਹਿੰਦੇ ਵਿਸ਼ਿਸ਼ਟ ਜੀ ਆਓ ਰਾਜ ਰਿਸ਼ੀ ਜੀ। ਇਹਨੇ ਸਾਧ ਸੰਗਤ ਜੀ ਸੁਣਿਆ, ਗੁੱਸਾ ਚੜ੍ਹਿਆ। ਇਹਨੇ ਫਿਰ ਇੱਕ ਪੁੱਤਰ ਹੋਰ ਮਾਰ ਦਿੱਤਾ। ਇਹਨੂੰ ਗੁੱਸਾ ਸੀ ਵੀ ਬ੍ਰਹਮਾ ਐਡਾ ਵੱਡਾ ਦੇਵਤਾ, ਉਹਨੇ ਕਹਿ ਦਿੱਤਾ ਅਤੇ ਇਹ ਕੀ ਚੀਜ਼ ਹੈ। ਪਰ ਉਹ ਕਿੱਦਾਂ ਕਹਿਣ, ਕਿਉਂਕਿ ਠਾਠ ਬਾਠ ਨਾਲ ਬਣ ਕੇ ਆਉਂਦਾ ਸੀ, ਅਤੇ ਰਿਸ਼ੀਆਂ ਦਾ ਇਹੋ ਜਿਹਾ ਭੇਸ ਨਹੀਂ ਹੁੰਦਾ। ਇੱਕ ਮਾਰ ਦੋ ਮਾਰ ਇੱਦਾਂ ਹੀ ਆਇਆ ਕਰੇ ਤਾਂ ਉਹ ਕਵੇ ਨਾ। ਇਹਨੇ 100 ਪੁੱਤਰ ਉਹਨਾਂ ਦਾ ਮਾਰ ਦਿੱਤਾ ਵਿਸ਼ਵਾਮਿੱਤਰ ਨੇ ਵਿਸ਼ਿਸ਼ਟ ਜੀ ਦਾ। ਅਤੇ ਪਰ ਉਹਨਾਂ ਬ੍ਰਹਮ ਰਿਸ਼ੀ ਨਹੀਂ ਕਿਹਾ ਇਹਨੂੰ। ਫਿਰ ਕੀ ਹੋਇਆ, ਇੱਕ ਦਿਨ ਇਹਨੇ ਸਾਧ ਸੰਗਤ ਜੀ ਹਨੇਰੇ ਵਿੱਚ ਗਿਆ, ਰਾਤ ਭੇਸ ਬਦਲ ਕੇ, ਵੀ ਮੈਂ ਜਾ ਕੇ ਸੁਣਦਾ
ਵੀ ਵਸ਼ਿਸ਼ਟ ਜੀ ਮੈਨੂੰ ਬ੍ਰਹਮ ਰਿਖੀ ਨਹੀਂ ਕਹਿੰਦੇ, ਤੇ 100 ਪੁੱਤਰ ਮਾਰ ਦਿੱਤਾ ਹੈ। ਹੋ ਸਕਦਾ ਹੁਣ ਰੋਂਦੇ ਹੋਣ ਰਾਜੇ ਕਰਕੇ, ਮੈਨੂੰ ਸਾਹਮਣੇ ਨਹੀਂ ਬੋਲਦੇ, ਪਿੱਛੋਂ ਦੇ ਬੋਲਦੇ ਹੋਣਗੇ। ਇਹ ਹਨੇਰੇ ਵਿੱਚ ਭੇਸ ਬਦਲ ਕੇ ਰਾਤ ਗਿਆ, ਕੁੱਲੀ ਨਾਲ ਜਾ ਕੇ ਆਪਣਾ ਕੰਨ ਜਿਹਾ ਲਾਇਆ ਹੈ, ਅਤੇ ਕੰਨ ਜਦੋਂ ਲਾਇਆ ਹੈ, ਦੋਵੇਂ ਜੀ ਵਸ਼ਿਸ਼ਟ ਜੀ ਅਤੇ ਉਹਨਾਂ ਦੀ ਸੁਪਤਨੀ ਗੱਲਾਂ ਕਰ ਰਹੇ ਹੈ। ਕਹਿੰਦੇ ਵੀ ਵੇਖੋ ਇਹ ਗੁਰੂ ਆਪਣੇ ਪਤੀ ਨੂੰ, ਇਹ ਪਤੀ ਦੇਵ, ਇਸ ਵਕਤ ਕਿਹੜਾ ਕੋਈ ਬ੍ਰਹਮ ਰਿਖੀ ਹੈ ਜਿਹੜਾ ਧਰਤੀ 'ਤੇ ਕੋਈ ਰਾਜਾ ਹੋ ਕੇ ਤੇ ਬ੍ਰਹਮ ਰਿਖੀ ਹੋਵੇ। ਵਸ਼ਿਸ਼ਟ ਮੁਨੀ ਜੀ ਕਹਿੰਦੇ ਵੀ ਇਸ ਵਕਤ ਜੇ ਕੋਈ ਬ੍ਰਹਮ ਰਿਖੀ ਹੈ ਰਾਜਿਆਂ ਤੋਂ ਇਹ ਲੋਕ ਵਿੱਚ, ਉਹ ਹੈ ਵਿਸ਼ਵਾਮਿੱਤਰ। ਇਹ ਜਿਹੜਾ ਕੰਨ ਲਾ ਕੇ ਸੁਣ ਰਿਹਾ ਸੀ ਕਿ ਹੈਰਾਨ ਹੋ ਗਿਆ ਵੀ ਆਹ ਕਮਾਲ ਹੋ ਗਈ, 100 ਪੁੱਤਰ ਮਰਵਾ ਲਿਆ ਹੈ ਅਤੇ ਮੇਰੇ ਮੂੰਹ 'ਤੇ ਬ੍ਰਹਮ ਰਿਖੀ ਨਹੀਂ ਮੈਨੂੰ ਕਿਹਾ ਵੀ ਮੇਰੇ ਮੂੰਹ 'ਤੇ ਕਹਿ ਦਿੰਦੇ ਅਤੇ 100 ਪੁੱਤਰ ਤਾਂ ਨਾ ਮਰਦਾ, ਅਤੇ ਚੋਰੀ ਮੈਨੂੰ ਬ੍ਰਹਮ ਰਿਖੀ ਕਹਿ ਰਹੇ। ਫਿਰ ਅਗਲੇ ਦਿਨ ਇਹ ਸਾਧ ਸੰਗਤ ਜੀ ਇਹ ਠਾਠ ਬਾੜ ਵਿੱਚ ਨਹੀਂ ਆਇਆ, ਅਤੇ ਦੂਜਾ ਭੇਸ ਆਮ ਜਿਹਾ ਬਣ ਕੇ ਆਇਆ ਹੈ, ਕੋਈ ਸ਼ਸਤਰ ਬਸਤਰ ਰਾਜਾ ਪੁਸ਼ਾਕ ਨਹੀਂ ਪਹਿਨੀ, ਆ ਕੇ ਸਾਹਮਣੇ ਖੜਾ ਹੋ ਗਿਆ। ਅਤੇ ਜੋਗ ਵਸ਼ਿਸ਼ਟ ਜੀ ਕਹਿਣ ਲੱਗੇ ਆਓ ਬ੍ਰਹਮ ਰਿਖੀ ਜੀ। ਇਹ ਸੁਣ ਕੇ ਹੈਰਾਨ, ਕਹਿੰਦਾ ਵਸ਼ਿਸ਼ਟ ਜੀ ਜੇ ਤੁਸਾਂ ਨੇ ਬ੍ਰਹਮ ਰਿਖੀ ਹੋਣ ਕਹਿ ਦਿੱਤਾ ਆ ਕੇ ਤੇ ਤੁਹਾਡਾ 100 ਪੁੱਤਰ ਮਾਰ ਦਿੱਤਾ, ਪਹਿਲਾਂ ਹੀ ਕਹਿ ਦਿੰਦੇ ਤੇ 100 ਪੁੱਤਰ ਤਾਂ ਨਾ ਮਰਦਾ। ਵਸ਼ਿਸ਼ਟ ਜੀ ਕਹਿਣ ਲੱਗੇ ਵੀ ਜਿਹੜਾ ਤੂੰ 100 ਪੁੱਤਰ ਮਾਰਿਆ ਦੀ ਤੈਨੂੰ ਹੱਤਿਆ 'ਤੇ ਲੱਗੇਗੀ, ਉਹਦਾ ਦੋਸ਼ ਤਾਂ ਲੱਗੇਗਾ ਹੀ। ਕਹਿੰਦਾ ਉਹਦਾ ਮੈਨੂੰ ਦੋਸ਼ ਨਹੀਂ ਲੱਗੇਗਾ, ਕਿਉਂਕਿ ਮੈਂ ਗਾਇਤਰੀ ਮੰਤਰ ਰੋਜ਼ ਪੜ੍ਹ ਲੈਂਦਾ ਸੀ। ਉਸ ਵਕਤ ਸਾਧ ਸੰਗਤ ਜੀ ਗਾਇਤਰੀ ਮੰਤਰ ਵੀ ਜਿਹੜਾ ਬਦਲ ਦਿੱਤਾ ਵਸ਼ਿਸ਼ਟ ਜੀ ਨੇ, ਅਧੂਰਾ ਕਰ ਦਿੱਤਾ, ਅਤੇ ਨਾਲ ਹੀ ਉਸ ਵਕਤ ਮੋਹ ਜਾਗ ਗਿਆ ਵੀ ਉਹ 100 ਪੁੱਤਰ ਮਾਰ ਦਿੱਤਾ ਮੇਰਾ, ਕਿੱਥੇ ਬ੍ਰਹਮ ਰਿਖੀ, ਕਿੱਥੇ ਮੋਹ ਜਾਗ ਗਿਆ। ਉਹ ਜਦੋਂ ਮੋਹ ਜਾਗ ਗਿਆ ਕਿ ਜੇ ਪੁੱਤਰ ਹੀ ਹੈ ਨਹੀਂ, ਕੋਲੀ ਨਾਸ ਕਰ ਦਿੱਤੀ ਹੈ, ਅਤੇ ਮਾਰੀ ਜਾਣਾ ਠੀਕ ਹੈ। ਫਿਰ ਜਾ ਕੇ ਜਿਹੜਾ ਸਤਲੁਜ ਦਰਿਆ ਨਾ, ਇਹਦੇ ਵਿੱਚ ਜਾ ਕੇ ਅਤੇ ਛਾਲ ਮਾਰ ਕੇ ਮਰਨ ਲੱਗੇ। ਅਤੇ ਉਹ ਜਿਹੜਾ ਸਤਲੁਜ ਦਰਿਆ ਜਿਹਦਾ ਨਾਂ ਪਿਆ, ਇਹ 100 ਸਾਧ ਸੰਗਤ ਜੀ ਲਹਿਰਾਂ ਵਿੱਚ ਹੋ ਗਿਆ। ਸਤ ਦਾ ਅਰਥ ਹੈ 100, ਲੁਜ ਦਾ ਅਰਥ ਹੈ ਲਹਿਰਾਂ। 100 ਲਹਿਰਾਂ ਵਿੱਚ ਬਦਲ ਗਿਆ, ਪਾਣੀ ਪਾੜ ਗਿਆ, 100 ਹਿੱਸਿਆਂ 'ਚ ਹੋ ਗਿਆ। ਅਤੇ ਕਿਉਂਕਿ ਬ੍ਰਹਮ ਰਿਖੀ ਸੀ ਅਤੇ ਇਹਨੂੰ ਪਾਣੀ ਨੇ ਮਾਰਿਆ ਨਾ, ਉਹਦਾ ਨਾਂ ਪੈ ਗਿਆ ਉਦੋਂ ਤੋਂ ਸਤਲੁਜ। ਫਿਰ ਇਹਨੇ ਆਪਣੇ ਆਪ ਨੂੰ ਫਾਈ ਜੀ ਪਾ ਕੇ ਨਾ ਵੀ ਜੀਣਾ ਨਹੀਂ ਹੈ, ਮਾਰੀ ਜਾਣਾ ਹੈ। ਅਤੇ ਸਾਧ ਸੰਗਤ ਜੀ ਆਹ ਬਿਆਸਾ ਦਰਿਆ ਜਿਹੜਾ ਇਹਦੇ ਵਿੱਚ ਡੁੱਬਣ ਲੱਗਾ, ਮਰਨ ਲੱਗਾ। ਫਿਰ ਜਦੋਂ ਇੱਥੇ ਮਾਰ ਲੱਗੇ, ਉਹ ਬਿਆਸਾ ਦਰਿਆ ਦੇ ਪਾਣੀ ਨੇ ਬ੍ਰਹਮ ਰਿਖੀ ਜਾਣ ਕੇ ਐਸਾ ਪਾਣੀ ਮਾਰਿਆ ਹੈ, ਫਾਈ ਤੋੜ ਕੇ ਸੁੱਟ ਦਿੱਤੀ ਹੈ, ਅਤੇ ਉਹ ਫਿਰ ਬਚ ਗਏ ਹੈ। ਅਤੇ ਬੇ ਦਾ ਅਰਥ ਹੁੰਦਾ ਹੈ ਬਿਨਾਂ, ਅਤੇ ਪਾਸਾ ਦਾ ਅਰਥ ਹੁੰਦਾ ਫਾਈ। ਜੋ ਫਾਈਆਂ ਤੋਂ ਬਿਨਾਂ ਕਰ ਦੇਣ ਵਾਲਾ ਉਹ ਹੈ ਬਿਆਸਾ ਦਰਿਆ। ਇਵੇਂ ਬਿਆਸਾ ਦਰਿਆ ਦਾ ਨਾਮ ਪਿਆ ਸੀ। ਇਵੇਂ ਬ੍ਰਹਮ ਰਿਖੀ ਨੂੰ ਵੀ ਵੇਖੋ ਮੋਹ ਜਾ ਗਿਆ ਵਸ਼ਿਸ਼ਟ ਜੀ ਨੂੰ। ਅਤੇ ਜਦੋਂ ਇਹ ਅਨੰਦਪੁਰ ਸਾਹਿਬ ਜਿਹੜੇ ਵੱਡੇ ਪਹਾੜ ਹੈ, ਉੱਥੇ ਪੱਕਾ ਜਿਹੜਾ ਸਿਰ ਮਾਰ ਕੇ ਲੱਗਾ ਸੀ ਨਾ ਮਰਨ, ਉਦੋਂ ਆਕਾਸ਼ਬਾਣੀ ਹੋਈ, ਉਹ ਵਸ਼ਿਸ਼ਟ ਕਿਉਂ ਮਰਦਾ ਹੈ, ਨਾ ਮਰ, ਜਿਹੜੀ ਤੇਰੀ ਪਤਨੀ ਦੇ ਪੇਟ ਵਿੱਚ ਹੁਣ ਬੱਚਾ ਹੈ ਨਾ, ਉਹ ਤੇਰੀ ਕੁੱਲ ਰਹੇਗੀ, ਤੂੰ ਮਰ ਨਾ, ਐਵੇਂ ਨਾ ਅਜਾਈ ਮੌਤੇ ਮਰ। ਫਿਰ ਵਸ਼ਿਸ਼ਟ ਜੀ ਜਾ ਕੇ ਕਿਤੇ ਬੈਠੇ ਸਨ। ਇੱਥੇ ਬਚਨ ਆ ਰਿਹਾ ਹੈ, ਮੋਹ ਨਾ ਮਿਟਾਵੇ ਦੁੱਖ ਜਾਣਤ ਜਹਾਨ ਹੈ। ਭਾਈ ਚਿੰਤਾਮਣੀ ਮੋਹ ਨਹੀਂ ਮਿਟਾ ਸਕਦੀ, ਇਹ ਜੱਗ ਜਾਣਦਾ ਹੈ। ਦੁੱਖ ਨਹੀਂ ਮਿਟਾ ਸਕਦੀ, ਇਹ ਜੱਗ ਜਾਣਦਾ ਹੈ। ਸ੍ਰੀ ਹਰਗੋਬਿੰਦ ਪਦ ਆਨੰਦ ਕੇ ਕੰਦ ਜੋ। ਸਤਿਗੁਰ ਜੀ ਨੇ ਤੇ ਕਈਆਂ ਦੇ ਮੋਹ, ਕਈਆਂ ਦੇ ਦੁੱਖ ਕੱਟੇ ਆ, ਕਿੰਨਿਆਂ ਦੀ ਅਸੀਂ ਗਿਣਤੀ ਕਰ ਸਕਦੇ ਹਾਂ, ਗਿਣਤੀ ਕਰ ਹੀ ਨਹੀਂ ਸਕਦੇ। ਸ੍ਰੀ ਹਰਗੋਬਿੰਦ ਪਦ ਆਨੰਦ ਕੇ ਕੰਦ ਜੋ ਸੋਭਾ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਦ ਕਹੀਏ ਚਰਨ ਹੈ, ਉਹ ਤੇ ਆਨੰਦ ਦੇ ਭਾਈ, ਕੰਦ ਕਹੀਏ ਦਾਤੇ ਹੈ। ਆਨੰਦ ਦੇ ਉਹ ਬੱਦਲ ਹੈ, ਆਨੰਦ ਦੇ ਤੇ ਉਹ ਸਰੂਪ ਹੈ। ਸਤਿਗੁਰ ਜੀ ਦੇ ਚਰਨ ਆਪਣੇ ਸਿੱਖਾਂ ਨੂੰ ਆਨੰਦ ਦੇਣ ਵਾਲੇ ਬੱਦਲ ਹਨ, ਇਹ ਆਨੰਦ ਦੇ ਦਾਤੇ ਹਨ।
ਉਪਮੇ ਆਪ ਪੁਨ ਆਪੇ ਉਪਮਾਨ ਹੈ। ਇਸ ਕਰਕੇ ਗੁਰੂ ਜੀ ਦੇ ਚਰਨਾਂ ਨਾਲ ਕੋਈ ਉਪਮਾ ਨਹੀਂ ਬਣਦੀ। ਉਪਮੇਯ ਦਾ ਅਰਥ ਹੁੰਦਾ ਵਾ ਜਿਹਦੇ ਨਾਲ ਉਪਮਾ ਦਿੱਤੀ ਜਾਵੇ, ਅਤੇ ਉਪਮਾਨ ਕੀ ਹੁੰਦਾ ਹੈ? ਜਿਹਦੀ ਉਪਮਾ ਦਿੱਤੀ ਜਾਵੇ। ਅਤੇ ਉਪਮਾਨ ਕੀ ਹੈ? ਚਿੰਤਾਮਣੀ, ਕਲਪ ਬ੍ਰਿਸ਼ ਅਤੇ ਕਮਲ ਫੁੱਲ, ਇਹ ਉਪਮਾਨ ਹੈ। ਉਪਮੇਯ ਕੀ ਹੈ? ਸਤਿਗੁਰੂ ਜੀ ਦੇ ਚਰਨ, ਭਾਵ ਕਮਲ ਫੁੱਲ ਦੇ ਉਪਮਾਨ ਦਿੱਤਾ, ਉਪਮਾ ਦਿੱਤੀ ਕਿਹਨਾਂ ਨਾਲ? ਸਤਿਗੁਰੂ ਦੇ ਚਰਨਾਂ ਨਾਲ, ਉਪਮੇਯ ਨਾਲ। ਕਹਿੰਦੇ ਉਹ ਭਾਈ ਬਣਦੀ ਨਹੀਂ ਹੈ। ਉਪਮੇਯ ਵੀ ਗੁਰੂ ਦੇ ਚਰਨ ਆਪੇ ਹੀ ਹੈ, ਉਪਮਾਨ ਵੀ ਗੁਰੂ ਦੇ ਚਰਨ ਆਪੇ ਹੀ ਹੈ। ਭਾਵ ਗੁਰੂ ਜੀ ਦੇ ਜਿਹੜੇ ਚਰਨਾਂ ਦੀ ਵਡਿਆਈ ਹੈ, ਛੇਵੇਂ ਪਾਤਸ਼ਾਹ ਜੀ ਦੀ ਜਿਹੜੀ ਵਡਿਆਈ ਹੈ, ਉਹ ਆਪਣੇ ਆਪ ਵਿੱਚ ਹੀ ਹੈ। ਮਤਲਬ ਕਿਸੇ ਨਾਲ ਤੁਲਨਾ ਦੇ ਕੇ ਨਹੀਂ ਕਰ ਸਕਦੇ, ਛੇਵੇਂ ਪਾਤਸ਼ਾਹ ਜੀ ਐਸੇ ਹੈ, ਛੇਵੇਂ ਪਾਤਸ਼ਾਹ ਜੀ ਤੈਸੇ ਹੈ, ਇਹ ਨਹੀਂ ਕਹਿ ਸਕਦੇ। ਉਹ ਗੁਰੂ ਜੀ ਜੋ ਹੈ ਉਹ ਆਪਣੇ ਆਪ ਵਿੱਚ ਹੀ ਹੈ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਮਹਾਰਾਜ ਜੈਸਾ ਤੂੰ ਹੈ ਤੈਸਾ ਤੇ ਤੂੰ ਹੀ ਹੈ, ਹੋਰ ਕੋਈ ਉਪਮਾ ਕੀ ਦਈਏ ਵੀ ਫਲਾਣ ਐਸੇ ਹੈ, ਤੁਸੀਂ ਇੰਨੇ ਤੁਸੀਂ ਵੀ ਜਿੱਦਾਂ ਦਾ ਉਹ ਜਵਾਨ ਸੀ ਅਤੇ ਇੱਦਾਂ ਤੁਸੀਂ ਜਵਾਨ ਹੋ, ਜਿੱਦਾਂ ਵੀ ਫਲਾਣੇ ਦਾ ਚਿਹਰਾ ਸੀ ਇੱਦਾਂ ਦਾ ਤੁਹਾਡਾ ਮੁਖਾਰ ਬਿੰਦ ਸੀ। ਅਸੀਂ ਕਿਵੇਂ ਕਹਿ ਸਕਦੇ ਹਾਂ? ਨਹੀਂ ਕਹਿ ਸਕਦੇ। ਜੋ ਤੁਹਾਡੇ ਵਿੱਚ ਵਡਿਆਈ ਉਹ ਤੁਹਾਡੇ ਵਿੱਚ ਹੀ ਹੈ। ਨਾ ਹੀ ਕਹਿ ਸਕਦੇ ਹਾਂ ਵੀ ਮਹਾਰਾਜ ਜੀ ਸੂਰਜ ਸਮਾਨ ਸਹੀ। ਸੂਰਜ ਸਮਾਨ ਕਹਾਂਗੇ ਤਾਂ ਸੂਰਜ ਗਰਮੀ ਦਿੰਦਾ, ਤਪਸ਼ ਦਿੰਦਾ ਹੈ। ਗੁਰੂ ਜੀ ਨਾ ਗਰਮੀ ਦਿੰਦੇ ਨਾ ਤਪਸ਼ ਦਿੰਦੇ ਹੈ। ਜੇ ਕਹਾਂਗੇ ਵੀ ਗੁਰੂ ਜੀ ਚੰਦਰਮਾ ਸਮਾਨ ਸਨ, ਅਤੇ ਚੰਦਰਮਾ ਕੀ ਕਰਦਾ ਹੈ? ਉਹ ਵੀ ਠੰਡ ਦੇ ਵਿੱਚ ਜਦੋਂ ਕਿਰਨਾਂ ਛੱਡਦਾ ਅੱਤ ਦੀ ਠੰਡ ਦਿੰਦਾ ਹੈ, ਅਤੇ ਠੰਡ ਨਾਲ ਵੀ ਦੁਖੀ ਹੁੰਦਾ ਹੈ। ਗੁਰੂ ਜੀ ਦੇ ਚਰਨ ਇੱਕ ਸਮਾਨ ਹੈ, ਸ਼ਾਂਤੀ ਦੇਣ ਵਾਲੇ ਹੈ, ਗਿਆਨ ਦੇਣ ਵਾਲੇ ਹੈ, ਬ੍ਰਹਮ ਗਿਆਨ ਦੇਣ ਵਾਲੇ ਹਨ। ਇਸ ਤਰ੍ਹਾਂ ਗੁਰੂ ਜੀ ਦੇ ਜਿਹੜੇ ਚਰਨ ਹੈ, ਸਾਧ ਸੰਗਤ ਜੀ, ਮਹਾਨ ਹੈ। ਸਤਿਗੁਰੂ ਮਹਾਰਾਜ ਦੀ ਉਪਮਾ ਕਰ ਕਰਕੇ ਕਵੀ ਨੇ ਬੇਅੰਤੀ ਗੁਰੂ ਦਾ ਜਸ ਕੀਤਾ ਹੈ। ਇਹ ਜਿਹੜੇ ਬਚਨ ਵਿਲਾਸ ਹੁੰਦੇ ਨਾ ਇੱਦਾਂ ਦੇ, ਇਹ ਸਾਧ ਸੰਗਤ ਜੀ ਗਿਆਨ ਦੇ ਬਚਨ ਹੁੰਦੇ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੈ, ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਲੋਕਾਂ ਨੇ ਕੀ ਸਮਝਿਆ? ਭਗਤ ਜੀ ਕਹਿੰਦੇ ਲੋਕਾਂ ਸਮਝਿਆ ਇਹ ਗੀਤ ਹੈ। ਗੀਤ ਦਾ ਹਾਲ ਕੀ ਹੁੰਦਾ? ਇੱਧਰੋਂ ਸੁਣਿਆ, ਇੱਧਰੋਂ ਕੰਨਾਂ ਰਾਹੀਂ ਕੱਢ ਦਿੱਤਾ। ਪਰ ਕਹਿੰਦੇ ਭਾਈ ਇਹ ਤਾਂ ਬ੍ਰਹਮ ਵਿਚਾਰ ਹੈ, ਆਤਮ ਵਿਚਾਰ ਹੈ, ਆਪਣੇ ਅੰਦਰ ਦੀ ਗਿਆਨ ਦੇਣ ਵਾਲੀ, ਆਪਣੇ ਆਤਮ ਸਰੂਪ ਨੂੰ ਜਗਾਉਣ ਵਾਲੀ ਆਤਮਿਕ ਆਨੰਦ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਇਹ ਜਿਹੜੀ ਆਤਮਾ ਅੰਦਰ ਪਰਮੇਸ਼ਰ ਦੇ ਨਾਲ ਇੱਕ ਕਰਨ ਵਾਲੀ ਬਾਣੀ ਹੈ। ਪਰ ਗੁਰੂ ਜੀ ਦੇ ਜਿਹੜੇ ਮਹਾਨ ਬਚਨ ਹੈ, ਸੁਣ ਕੇ ਕਈਆਂ ਨੇ ਤਾਂ ਇੰਨੀ ਕਥਾ ਸੁਣ ਲਈ ਹੈ, ਕਦੇ ਰੱਤੀ ਮਾਤਰ ਵੀ ਗੁਰੂ ਦੀ ਬਾਣੀ ਦਾ ਅਸਰ ਨਹੀਂ ਹੋਇਆ। ਅਤੇ ਕਈਆਂ ਨੇ ਸੁਣਿਆ ਦੇ ਹੈ, ਮੰਨਿਆ ਨਹੀਂ ਹੈ ਸਾਡੇ ਵਰਗਿਆਂ ਨੇ। ਕਈ ਸੁਣਦੇ ਹੈ, ਸੁਣੀ ਵੀ ਜਾਂਦੇ ਹੈ, ਗੁੱਸਾ ਵੀ ਕਰੀ ਜਾਂਦੇ ਹੈ। ਆਹ ਗੱਲ ਨਹੀਂ ਹੋ ਸਕਦੀ, ਆਹ ਨਹੀਂ ਬਣ ਸਕਦੀ, ਇਵੇਂ ਕਿਵੇਂ ਹੋ ਜੂਏ? ਮਤਲਬ ਭਰੋਸਾ ਨਹੀਂ ਹੈ ਗੁਰੂ ਜੀ ਦੇ। ਗੁਰੂ ਦੀ ਬਾਣੀ ਅਗਾਧ ਬੋਧ ਹੈ। ਸੱਚੇ ਪਾਤਸ਼ਾਹ ਜੀ ਹੀ ਕਿਰਪਾ ਕਰਨ ਅਤੇ ਗੁਰੂ ਜੀ ਦੀ ਬਾਣੀ ਵਸ ਸਕਦੀ ਹੈ। ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਗੁਰੂ ਜੀ ਦੀ ਬਾਣੀ ਕੀ ਹੈ? ਪਰਮਾਤਮਾ ਦੀ ਬਾਣੀ ਹੈ, ਧੁਰ ਕੀ ਬਾਣੀ, ਸੱਚ ਕੀ ਬਾਣੀ ਹੈ। ਅਤੇ ਨਿਜ ਘਰ ਜਿਹੜਾ ਆਪਣਾ ਘਰ ਹੈ ਨਾ, ਆਪਣਾ ਘਰ ਕੀ ਹੈ? ਸੱਚਖੰਡ। ਆਪਣਾ ਘਰ ਕੀ ਹੈ? ਆਤਮ ਸਰੂਪ, ਉਹਦੇ ਵਿੱਚ ਵਾਸਾ ਹੁੰਦਾ ਹੈ। ਇਹ ਸਤਿਗੁਰੂ ਜੀ ਦੀ ਮਹਾਨ ਹੀ ਕਥਾ ਭਾਈ ਸਾਹਿਬ ਜੀ ਇਵੇਂ ਕਰ ਰਹੇ ਹੈ। ਸਮਝ ਲਓ ਜਿਵੇਂ ਹਿੰਟ ਹੁੰਦਾ ਨਾ, ਹਿੰਟ ਵੀ ਕਿਸੇ ਚੀਜ਼ ਦਾ ਵੀ ਇਹਦੇ ਵਿੱਚ ਕੀ ਕੀ ਹੋਣਾ, ਕਿਵੇਂ ਕਿਵੇਂ ਹੋਣਾ, ਇਹ ਹਿੰਟ ਦਿੱਤੇ ਹੋਏ ਹੈ ਵੀ ਗੁਰੂ ਸਾਹਿਬ ਜੀ ਐਸੇ ਹੈ, ਐਸੇ ਮਹਾਨ ਹੈ। ਅੱਗੇ ਸਮਝ ਲਓ ਇਹਨਾਂ ਦੇ ਕਥਾ ਖੁੱਲ੍ਹਣੀ ਹੈ। ਕਵੀ ਸਾਹਿਬ ਜੀ ਨੇ 10 ਗੁਰੂ ਸਾਹਿਬਾਨਾਂ ਦੀ ਹੀ ਕਥਾ ਕੀਤੀ ਹੈ, ਸੰਪੂਰਨ ਮਹਾਨ ਜਸ ਲਿਖਿਆ ਹੈ। ਅਤੇ ਜਿਹੜਾ ਜਸ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਗੁਰੂ ਕੇ ਧਾਰਮਿਕ ਸਥਾਨ ਹੈ, ਉੱਥੇ ਉਹ ਕਥਾ ਹੋ ਰਹੀ ਹੈ। ਵੇਖੋ ਦੂਖ ਨਿਵਾਰਨ ਸਾਹਿਬ, ਪਟਨਾ ਸਾਹਿਬ, ਇਤਿਆਦਿਕ ਰਾਤ ਨੂੰ ਕਥਾ ਆਉਂਦੀ ਹੈ।